हाँ जी, गुड ਈਵਨਿੰਗ ਟੂ ਆਲ। ਅੱਜ ਆਪਾਂ ਸਟਾਰਟ ਕਰਾਂਗੇ ਜੀ ਪੰਜਾਬ ਜੀਕੇ ਦਾ ਆਪਣਾ ਨਵਾਂ ਸੈਸ਼ਨ। ਇਸ ਸੈਸ਼ਨ ਦੇ ਵਿੱਚ ਆਪਾਂ ਮੋਸਟਲੀ ਪੰਜਾਬ ਜੀਕੇ ਸਾਰੀ ਕਵਰ ਕਰਾਂਗੇ। ਅਗਰ ਤੁਸੀਂ ਪੰਜਾਬ ਦੇ ਐਗਜ਼ਾਮਸ ਦੇ ਰਹੇ ਹੋ ਤਾਂ ਪੰਜਾਬ ਜੀਕੇ ਹਰ ਪੇਪਰ ਦੇ ਵਿੱਚ ਆਏਗੀ ਹੀ ਆਏਗੀ। ਠੀਕ ਹੈ ਜੀ। ਤਾਂ ਪਹਿਲਾਂ ਆਪਾਂ ਕੁਝ ਬੇਸਿਕ ਜਿਹੜੇ ਫੈਕਟਸ ਨੇ ਉਹ ਡਿਸਕਸ ਕਰਾਂਗੇ। ਉਸ ਤੋਂ ਬਾਅਦ ਆਪਾਂ ਹੌਲੀ ਹੌਲੀ ਆਪਣਾ ਜਿਹੜਾ ਲੈਵਲ ਹੈ ਉਹ ਇਨਕਰੀਜ਼ ਕਰਦੇ ਜਾਵਾਂਗੇ। ਤਾਂ ਕਿਉਂਕਿ ਇਹ ਬੇਸਿਕ ਫੈਕਟਸ ਨੇ, ਆਪਾਂ ਇਹਨਾਂ ਨੂੰ ਕੁਇਕਲੀ ਕੀ ਕਰਾਂਗੇ, ਰਿਵਾਈਜ਼ ਕਰਾਂਗੇ। ਚਲੋ ਜੀ ਸਟਾਰਟ ਕਰਦੇ ਹਾਂ ਫਿਰ। ਦੇਖੋ ਜੀ, ਸਭ ਤੋਂ ਪਹਿਲਾਂ ਪੰਜਾਬ ਡੇ। ਪੰਜਾਬ ਡੇ ਕਦੋਂ ਹੁੰਦਾ, ਮੀਨਸ ਕਿ ਪੰਜਾਬ ਕਦੋਂ ਬਣਿਆ? 1 ਨਵੰਬਰ 1966। ਦੇਖੋ ਜੀ, ਪੰਜਾਬ ਔਰ ਹਰਿਆਣਾ ਅਲੱਗ ਹੋਏ ਸੀ, ਇਹ ਸਭ ਨੂੰ ਪਤਾ ਹੈ। ਹਰਿਆਣਾ ਜਦੋਂ ਇਹ ਅਲੱਗ ਹੋਏ ਆ ਤਾਂ ਹਿੰਦੀ ਸਪੀਕਿੰਗ ਪੀਪਲ ਸੀਗੇ ਜਿਹੜੇ ਹਰਿਆਣਾ 'ਚ ਚਲੇ ਗਏ, ਔਰ ਪੰਜਾਬੀ ਸਪੀਕਿੰਗ ਜਿਹੜੇ ਪੀਪਲ ਸੀਗੇ ਉਹ ਪੰਜਾਬ ਦੇ ਵਿੱਚ ਆ ਗਏ। ਤਾਂ 1 ਨਵੰਬਰ 1966 ਨੂੰ ਪੰਜਾਬ ਡੇ ਵੀ ਹੁੰਦਾ, ਐਜ਼ ਵੈਲ ਐਜ਼ ਕੀ ਹੁੰਦਾ ਜੀ ਆਪਣੇ ਪਾਸ, ਹਰਿਆਣਾ ਡੇ ਵੀ ਹੁੰਦਾ। ਠੀਕ ਹੈ, ਤੇ ਇਹ ਵੀ ਤੁਸੀਂ ਯਾਦ ਰੱਖਣਾ ਕਿ ਹਰਿਆਣਾ ਕਦੋਂ ਬਣਿਆ। ਹਰਿਆਣਾ ਵੀ ਐਜ਼ ਵੈਲ ਐਜ਼ 1 ਨਵੰਬਰ 1966 ਦੇ ਵਿੱਚ ਬਣਿਆ। ਹੁਣ ਆਪਾਂ ਅਗਰ ਪੰਜਾਬ ਦੀ ਬਾਉਂਡਰੀਜ਼ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਦੇ ਨਾਲ ਇੱਕ ਇੰਟਰਨੈਸ਼ਨਲ ਬਾਉਂਡਰੀ ਲੱਗਦੀ ਹੈ ਜੀ, ਕਿਹੜੀ? ਪਾਕਿਸਤਾਨ। ਕਿੰਨੀਆਂ ਸਟੇਟਸ ਦੇ ਨਾਲ ਲੱਗਦੀ ਹੈ ਇਹ ਤੁਸੀਂ ਮੈਨੂੰ ਕਮੈਂਟਸ ਦੇ ਵਿੱਚ ਦੱਸੋਗੇ। ਉਸ ਤੋਂ ਬਾਅਦ ਆਪਾਂ ਅਗਰ ਆਪਾਂ ਸਟੇਟਸ ਦੇਖੀਏ ਕਿ ਕਿਹੜੀ ਕਿਹੜੀ ਸਟੇਟਸ ਦੀ ਬਾਉਂਡਰੀ ਲੱਗਦੀ ਹੈ ਜੀ, ਯੂਟੀ ਔਰ ਸਟੇਟਸ, ਜਿਹਦੇ ਵਿੱਚ ਜੰਮੂ ਐਂਡ ਕਸ਼ਮੀਰ ਆ ਗਿਆ, ਹਿਮਾਚਲ ਹੋ ਗਿਆ, ਹਰਿਆਣਾ ਹੋ ਗਿਆ ਔਰ ਰਾਜਸਥਾਨ ਹੋ ਗਿਆ। ਤਾਂ ਇਹ ਕੀ ਨੇ ਜੀ ਆਪਣੀਆਂ ਜਿਹੜੀਆਂ ਸਟੇਟਸ ਨੇ ਜਿਨ੍ਹਾਂ ਦੀ ਬਾਉਂਡਰੀ ਹੈ ਪੰਜਾਬ ਦੇ ਨਾਲ ਲੱਗਦੀ ਹੈ। ਹੁਣ ਕੁਝ ਹੋਰ ਬੇਸਿਕ ਫੈਕਟਸ ਜਿਨ੍ਹਾਂ ਬਾਰੇ ਆਪਾਂ ਗੱਲ ਕਰਾਂਗੇ ਤਾਂ ਸਟੇਟ ਦਾ ਐਨੀਮਲ ਡਾਇਰੈਕਟ ਪੁੱਛ ਲੈਂਦੇ ਨੇ, ਬਲੈਕ ਬਕ ਜਿਹਨੂੰ ਆਪਾਂ ਕਾਲਾ ਹਿਰਨ ਵੀ ਕਹਿ ਦਿੰਦੇ ਹਾਂ ਜੀ ਪੰਜਾਬੀ ਦੇ ਵਿੱਚ। ਸਟੇਟ ਬਰਡ ਕਿਹੜਾ ਜੀ? ਗੋਸ਼ਾਕ ਹੈ, ਜਿਹਨੂੰ ਬਾਜ ਵੀ ਬੋਲ ਦਿੰਦੇ ਆ। ਸਟੇਟ ਟਰੀ ਕਿਹੜਾ ਜੀ? ਸ਼ੀਸ਼ਮ, ਜਿਹਨੂੰ ਪੰਜਾਬੀ 'ਚ ਟਾਲੀ ਵੀ ਕਹਿੰਦੇ ਨੇ। ਤਾਂ ਇਹ ਸਾਰੀਆਂ ਬੇਸਿਕ ਚੀਜ਼ਾਂ ਨੇ। ਪੇਪਰ ਦੇ ਵਿੱਚ ਇੱਕ ਅੱਧਾ ਕੁਐਸਚਨ ਹੈ ਇਹਨਾਂ ਤਿੰਨ ਫੈਕਟਸ ਦੇ ਵਿੱਚੋਂ ਕਿਤੇ ਨਾ ਕਿਤੇ ਡੈਫੀਨੇਟਲੀ ਪੁੱਛ ਹੀ ਲਿਆ ਜਾਂਦਾ। ਠੀਕ ਹੈ ਜੀ। ਤਾਂ ਉਸ ਤੋਂ ਬਾਅਦ ਆ ਗਿਆ ਫਸਟ ਗਵਰਨਰ। ਫਸਟ ਗਵਰਨਰ ਕੌਣ ਸੀਗੇ ਜੀ ਪੰਜਾਬ ਦੇ? ਚੰਦੂ ਲਾਲ ਮਾਧਵ ਲਾਲ ਤ੍ਰਿਵੇਦੀ। ਫਸਟ ਸੀਐਮ ਕਿਹੜੇ ਸੀਗੇ? ਡਾਕਟਰ ਗੋਪੀ ਚੰਦ ਭਾਰਗਵ। ਦੇਖੋ ਇੱਕ ਚੀਜ਼ ਇੱਥੇ ਯਾਦ ਰੱਖਿਓ, ਸਮਟਾਈਮਸ ਕੁਐਸਚਨ ਏਦਾਂ ਪੁੱਛ ਲਿਆ ਜਾਂਦਾ ਕਿ ਆਫਟਰ ਇੰਡੀਪੈਂਡੈਂਸ, ਠੀਕ ਹੈ, ਆਜ਼ਾਦੀ ਤੋਂ ਬਾਅਦ ਜਿਹੜੇ ਪਹਿਲੇ ਸੀਐਮ ਕਿਹੜੇ ਸੀਗੇ? ਉਹ ਸੀਗੇ ਜੀ ਗਿਆਨ ਸਿੰਘ। ਤਾਂ ਇਹ ਵੀ ਧਿਆਨ ਰੱਖਿਓ ਕਿ ਉਹਨਾਂ ਨੇ ਅਗਰ ਆਫਟਰ ਇੰਡੀਪੈਂਡੈਂਸ ਪੁੱਛਿਆ ਤਾਂ ਆਏਗਾ ਜੀ ਗਿਆਨ ਸਿੰਘ, ਅਗਰ ਵੈਸੇ ਫਸਟ ਸੀਐਮ ਪੁੱਛਿਆ ਤਾਂ ਗੋਪੀ ਚੰਦ ਭਾਰਗਵ। ਉਸ ਤੋਂ ਬਾਅਦ ਫਸਟ ਚੀਫ ਜਸਟਿਸ ਕਿਹੜੇ ਸੀਗੇ ਜੀ ਆਪਣੇ ਹਾਈ ਕੋਰਟ ਦੇ? ਜਸਟਿਸ ਰਾਮ ਲਾਲ। ਫਸਟ ਸਪੀਕਰ ਕਿਹੜੇ ਸੀਗੇ? ਕਪੂਰ ਸਿੰਘ। ਠੀਕ ਹੈ, ਤਾਂ ਇਹ ਕੁਝ ਬੇਸਿਕ ਚੀਜ਼ਾਂ ਨੇ, ਆਪਾਂ ਇਹਨਾਂ ਦੇ ਉੱਪਰ ਜ਼ਿਆਦਾ ਨਹੀਂ ਡਿਸਕਸ ਕਰਾਂਗੇ, ਸਾਰੀਆਂ ਬੇਸਿਕ ਨੇ ਤਾਂ ਆਪਾਂ ਜਲਦੀ ਕੁਇਕਲੀ ਇਹਨਾਂ ਨੂੰ ਪੜਾਂਗੇ। ਤਾਂ ਅੱਗੇ ਚੱਲਦੇ ਹਾਂ ਜੀ ਆਪਾਂ। ਤਾਂ ਹੁਣ ਆ ਗਿਆ ਜੀ ਫਸਟ ਸਪੀਕਰ ਆਫ ਵਿਧਾਨ ਸਭਾ। ਵਿਧਾਨ ਸਭਾ ਦੇ ਪਹਿਲੇ ਸਪੀਕਰ ਕਿਹੜੇ ਸੀਗੇ? ਕਪੂਰ ਸਿੰਘ ਸੀਗੇ। ਪ੍ਰੈਜ਼ੈਂਟ ਜਿਹੜੇ ਸੀਐਮ ਨੇ ਐਟ ਪ੍ਰੈਜ਼ੈਂਟ ਤਾਂ ਆਪਾਂ ਨਹੀਂ ਦੱਸ ਸਕਦੇ, ਠੀਕ ਹੈ ਜੀ, ਚਰਨਜੀਤ ਸਿੰਘ ਚੰਨੀ ਨੇ। ਪ੍ਰੈਜ਼ੈਂਟ ਗਵਰਨਰ ਕਿਹੜੇ ਨੇ? ਵੀਪੀ ਸਿੰਘ ਬਦਨੌਰ। ਪ੍ਰੈਜ਼ੈਂਟ ਸਪੀਕਰ, ਠੀਕ ਹੈ, ਕੇਪੀ ਸਿੰਘ। ਟੋਟਲ ਏਰੀਆ ਪੰਜਾਬ ਦਾ ਕਈ ਵਾਰ ਡਾਇਰੈਕਟ ਪੁੱਛ ਲਿਆ ਜਾਂਦਾ ਜੀ ਇਹ ਫਿਗਰ 50,362 ਕਿਲੋਮੀਟਰ ਸਕੁਅਰ ਕਿਲੋਮੀਟਰ, ਇਹ ਵੀ ਧਿਆਨ ਰੱਖਣਾ। ਫੋਰੈਸਟ ਏਰੀਆ ਪੰਜਾਬ ਦਾ 6% ਦੇ ਅਪਰੋਕਸੀਮੇਟ ਧਿਆਨ ਦੇ ਵਿੱਚ ਰੱਖਣਾ। ਲੋਕ ਸਭਾ ਦੀਆਂ ਕਿੰਨੀਆਂ ਸੀਟਸ ਨੇ? 13। ਰਾਜ ਸਭਾ ਦੀਆਂ 7 ਔਰ ਵਿਧਾਨ ਸਭਾ ਦੀਆਂ 117। ਮੋਸਟ ਲਿਟਰੇਟ ਡਿਸਟ੍ਰਿਕਟ ਕਿਹੜੀ ਹੈ ਜੀ? ਹੁਸ਼ਿਆਰਪੁਰ। ਠੀਕ ਹੈ, ਲੀਸਟ ਕਿਹੜੀ ਹੈ? ਮਾਨਸਾ। ਔਰ ਮੋਸਟ ਪੋਪੂਲੇਟਿਡ ਡਿਸਟ੍ਰਿਕਟ ਕਿਹੜੀ ਹੈ ਜੀ ਆਪਣੇ ਪਾਸ? ਲੁਧਿਆਣਾ। ਸਾਰੇ ਬੇਸਿਕ ਫੈਕਟਸ ਨੇ ਜੀ। ਚਲੋ ਅੱਗੇ ਚੱਲਦੇ ਹਾਂ। ਨੈਕਸਟ ਹੈਗਾ ਜੀ ਆਪਣੇ ਪਾਸ ਲੀਸਟ ਪੋਪੂਲੇਟਿਡ ਡਿਸਟ੍ਰਿਕਟ। ਸਭ ਤੋਂ ਘੱਟ ਕਿਹੜੀ ਮਤਲਬ ਪਾਪੂਲੇਸ਼ਨ ਕਿਹੜੀ ਡਿਸਟ੍ਰਿਕਟ ਦੇ ਵਿੱਚ ਹੈ? ਬਰਨਾਲਾ। ਠੀਕ ਹੈ। ਸਮਾਲ ਡਿਸਟ੍ਰਿਕਟ SAS ਨਗਰ। ਠੀਕ ਹੈ ਜੀ। ਲਾਰਜੈਸਟ ਲੁਧਿਆਣਾ। ਹਾਈਐਸਟ ਸੈਕਸ ਰੇਸ਼ੋ ਕਿੱਥੇ ਹੈ ਜੀ? ਹੁਸ਼ਿਆਰਪੁਰ ਦੇ ਵਿੱਚ। ਲੋਐਸਟ ਸੈਕਸ ਰੇਸ਼ੋ ਕਿੱਥੇ ਹੈ? ਬਠਿੰਡਾ ਦੇ ਵਿੱਚ। ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਬਠਿੰਡਾ। ਇਹ ਸੀਗੀਆਂ ਜੀ ਕੁਝ ਬੇਸਿਕ ਚੀਜ਼ਾਂ, ਬੇਸਿਕ ਫੈਕਟਸ ਨੇ ਜਿਹੜੇ ਸਿੱਧੇ ਕੁਐਸਚਨ ਨੇ ਇਹਦੇ ਵਿੱਚੋਂ ਐਗਜ਼ਾਮ ਦੇ ਵਿੱਚ ਪੁੱਛੇ ਜਾਂਦੇ ਨੇ। ਹੁਣ ਆਪਾਂ ਥੋੜਾ ਜਿਹਾ ਚੱਲਦੇ ਹਾਂ ਜੀ ਆਪਣੇ ਪੰਜਾਬ ਦੇ ਮੈਪ ਦੀ ਤਰਫ। ਪੰਜਾਬ ਦੇ ਮੈਪ ਦੇ ਵਿੱਚ ਆਪਾਂ ਥੋੜਾ ਜਿਹਾ ਪੰਜਾਬ ਦਾ ਮੈਪ ਵੀ ਦੇਖਾਂਗੇ। ਪਹਿਲੀ ਗੱਲ ਤਾਂ ਪੰਜਾਬ ਦੀ ਜਿਹੜੀ ਮੈਪ ਦੀ ਕਈ ਵਾਰ ਏਦਾਂ ਪੁੱਛ ਲਿਆ ਜਾਂਦਾ ਕਿ ਜਿਹੜੀ ਪੰਜਾਬ ਦੀ ਸ਼ੇਪ ਹੈ ਉਹ ਕਿਸ ਤਰ੍ਹਾਂ ਦੀ ਹੈ। ਤਾਂ ਯਾਦ ਰੱਖਣਾ ਜੀ, ਦੇਖੋ ਪੰਜਾਬ ਦੀ ਜਿਹੜੀ ਸ਼ੇਪ ਹੈ ਉਹ ਟ੍ਰਾਇੰਗੂਲਰ ਸ਼ੇਪ ਦੇ ਵਿੱਚ ਹੈ। ਤਾਂ ਪੰਜਾਬ ਦੇ ਵਿੱਚ ਜਿਹੜੇ ਮੇਨ 3 ਏਰੀਆਜ਼ ਨੇ, ਇੱਕ ਹੈਗਾ ਜੀ ਮਾਝਾ, ਇੱਕ ਹੈਗਾ ਦੁਆਬਾ, ਇੱਕ ਹੈਗਾ ਆਪਣੇ ਪਾਸ ਮਾਲਵਾ। ਤਾਂ ਆਪਾਂ ਨੂੰ ਪਤਾ ਹੋਣੀਆਂ ਚਾਹੀਦੀਆਂ ਨੇ ਕਿਹੜੀਆਂ ਡਿਸਟ੍ਰਿਕਟ ਮਾਝੇ ਦੇ ਵਿੱਚ ਨੇ, ਕਿਹੜੀਆਂ ਦੁਆਬੇ ਦੇ ਵਿੱਚ ਨੇ ਤੇ ਕਿਹੜੀਆਂ ਮਾਲਵੇ 'ਚ ਨੇ, ਔਰ ਇਹਨਾਂ ਦੀ ਨੰਬਰ ਆਫ ਕਿੰਨੀ ਮਤਲਬ ਗਿਣਤੀ ਵੀ ਪਤਾ ਹੋਣੀ ਚਾਹੀਦੀ ਆ। ਤਾਂ ਦੇਖੋ ਜੀ, ਸਭ ਤੋਂ ਉੱਪਰ ਵਾਲਾ ਜਿਹੜਾ ਏਰੀਆ ਹੈ ਉਹ ਹੈਗਾ ਆਪਣੇ ਪਾਸ ਆਹ ਵਾਲਾ ਮਾਝਾ। ਮਾਝੇ ਦੇ ਵਿੱਚ 4 ਡਿਸਟ੍ਰਿਕਟ ਪੈਂਦੀਆਂ ਨੇ। ਇਹਨਾਂ ਨੂੰ ਆਪਾਂ ਕਿੱਦਾਂ ਯਾਦ ਰੱਖ ਸਕਦੇ ਹਾਂ ਜੀ? ਇਹਦੀ ਇੱਕ ਟ੍ਰਿਕ ਹੈ, PGAT। ਤਾਂ ਦੇਖੋ ਜੀ, ਪੱਗ ਬੰਨਦੇ ਨੇ, PG ਮਤਲਬ ਪੱਗ ਬੰਨਦੇ ਨੇ ਅੰਮ੍ਰਿਤਸਰ ਵਿੱਚ ਸਾਰੇ ਮਤਲਬ ਤਾਰੇ। ਤਾਂ P ਤੋਂ ਪਠਾਨਕੋਟ, G ਤੋਂ ਗੁਰਦਾਸਪੁਰ, A ਤੋਂ ਅੰਮ੍ਰਿਤਸਰ ਔਰ T ਤੋਂ ਤਰਨਤਾਰਨ। ਇਹਨਾਂ ਦੀ ਜਿਹੜੀ ਸੀਕੁਐਂਸ ਹੈ ਤੁਸੀਂ ਯਾਦ ਰੱਖਣੀ ਹੈ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਇਹ ਆਪਣਾ ਜਿਹੜਾ ਏਰੀਆ ਹੋ ਗਿਆ ਇਹ ਦੁਆਬਾ ਏਰੀਆ ਹੋ ਗਿਆ। ਸਮਟਾਈਮ ਕੁਐਸਚਨ ਪੁੱਛਿਆ ਜਾਂਦਾ ਕਿ 2 ਰਿਵਰਸ ਦੇ ਵਿਚਕਾਰ ਜਿਹੜਾ ਰੀਜਨ ਹੈ ਲਾਈ ਕਰਦਾ ਹੁੰਦਾ ਉਹਨੂੰ ਕੀ ਬੋਲਦੇ ਆ? ਤਾਂ ਉਹ ਕਿਹੜਾ ਹੁੰਦਾ ਜੀ? ਦੁਆਬਾ ਏਰੀਆ ਹੁੰਦਾ। ਔਰ ਇਹ ਕਿਹੜੀਆਂ 2 ਰਿਵਰਸ ਦੇ ਵਿੱਚ ਹੈ ਜੀ? ਸਤਲੁਜ ਔਰ ਬਿਆਸ ਦੇ ਵਿੱਚ ਹੈ। ਠੀਕ ਹੈ, ਇਹ ਵੀ ਧਿਆਨ ਦੇ ਵਿੱਚ ਰੱਖਣਾ ਹੈ ਤੁਸੀਂ, ਡਾਇਰੈਕਟ ਕੁਐਸਚਨ ਪੁੱਛ ਲੈਂਦਾ। ਇਹਦੇ ਵਿੱਚ ਵੀ 4 ਡਿਸਟ੍ਰਿਕਟ ਨੇ ਜੀ। ਇਹਦੇ ਵਿੱਚ 4 ਡਿਸਟ੍ਰਿਕਟ ਕਿਹੜੀਆਂ ਨੇ? ਇੱਕ ਤਾਂ ਹੈਗੀ ਹੈ ਜੀ ਜਲੰਧਰ,
एक हैगी अपने पास कपूरथला, कपूरथला 2 जगह के उपर है, SBS नगर ते हुशियारपुर। ये 4 डिस्ट्रिक्ट ने दुआबे दे विच ने, बस तुसी 4 माझे दियां याद रख लो, 4 अपनियां दुआबे दियां याद रख लो, जिहड़ियां बाकी बच जाणगियां वो किन्नियां ने, मालवे दियां होणगियां। तां मालवे दे विच एट प्रेजेंट 14 नहीं हैगियां जी, 15 ने। तां एट प्रेजेंट आपां नूं पता है कि मलेरकोटला भी की बन गई है जी, एक नवीं डिस्ट्रिक्ट बन गई है जिहड़ी कि संगरूर तो कर्वड आउट हुई है। तां मालवे दे विच एट प्रेजेंट टोटल 15 डिस्ट्रिक्ट ने। मलेरकोटला कित्थों कर्वड हुई है? संगरूर दे विचों कर्वड हुई है, ठीक है जी। डिवीजन किहड़ी है? पटियाला। ये भी चीज़ ध्यान रखनी, क्योंकि संगरूर है जिहड़ा वो भी पटियाला डिवीजन दे विच है, तां जिहड़ा मलेरकोटला है वो भी किहदे विच आएगा? पटियाला डिवीजन दे विच आएगा, ठीक है। तां ये सीगा जी पंजाब दा मैप, ट्रैंगुलर शेप, ते सारियां जिहड़ियां डिस्ट्रिक्ट ने तुसीं ध्यान दे विच रखणियां ने कि किहड़ियां-किहड़ियां डिस्ट्रिक्ट किहड़े-किहड़े एरिया दे विच पैंदियां ने। तां अगे चलदे हां जी हुण आपां। अगे हैगा जी अपने पास एंशियंट नेम ऑफ रिवर्स। रिवर्स दे कई बार नेम ने, जो पुरातन नाम ने रिवर्स दे, वो डायरैक्ट ने पेपर दे विच पुछ ले जांदे ने कि लाइक ब्यास दा ओल्ड नेम की सी, रावी दा ओल्ड नेम की सी। आपां ट्राई करांगे ट्रिक्स दे नाल इहनूं याद करन दी। देखो जी, सब तो पहला हैगा जी सतलुज। सतलुज दा जिहड़ा ओल्ड नेम की सीगा वो सीगा सतलुतरी। इहदे नेम तो ही है, ओहदे अगे भी सत है, इहदे अगे भी सैट है, तां इसलिए आपां नूं इहनूं मतलब याद करन दे विच कोई ज़्यादा प्रॉब्लम नहीं होएगी। हुण आ गया जी विपास। ब्यास सॉरी, विपास दा हैगा जी, ब्यास दा हैगा अपने पास विपाश। ते रावी, रावी दा हैगा अपने पास पुरुषनी। इहनूं आपां किद्दां याद कर सकदे हां? क्योंकि रवि है, रावी तो रवि याद रखना, ठीक है, रवि दी तरह ही पैंदा जी ये। ते रवि की है अपने पास? एक मेल दा नेम है, एक पुरुष दा नाम आ, तां आपां इहनूं की बोल सकदे हां? पुरुषनी। तां रवि की है? एक पुरुष है, पुरुष तो पुरुषनी। तां चनाब दा की है जी? अस्कीनी है ओल्ड नाम। तां आपां बोलदे हां जिद्दां पंजाबी दे विच जनाब कित्थे चले हो शकीनी ला के, है ना। तां जनाब तो चनाब तो जनाब हो गया, ठीक है, अस्कीनी शकीनी। तां ऐदां तुसीं इहनूं की कर सकदे हो? याद रख सकदे हो। जेलम दा ओल्ड नेम की सीगा जी? वितासता। इंडस दा हो गया सिंधु, और सरस्वती दा सेरुसती, ठीक है। तो ये कुछ नेम ने, इन्हां दे रिगार्डिंग डायरैक्ट क्वेश्चन आंदे ने जी, डायरैक्ट पेपर दे विच डायरैक्ट इन्हां विचों एक पूछ लैणगे तुहानूं, ते उन्हां दा तुसीं की दसना होएगा? ओल्ड नेम। तां ये सारे दे सारे तुहानूं याद होने चाहीदे ने। तां अगे चलदे हां जी आपां। नैक्सट अपने पास रामसर साइट्स के उपर क्वेश्चन आता होंगे जी कि पंजाब दे विच किन्नियां रामसर साइट्स ने। रामसर साइट्स की ने? देखो जी, आप इन्वायरमेंट के लैक्चर के काफ़ी डिटेल दे विच डिस्कस किया सीगा कि वैटलैंड्स के उपर एक कन्वेंशन सीगी जिहड़ी वैटलैंड नूं प्रिजर्व करदी सीगी, ठीक है। कदों हुई है जी? ईरान की सिटी सीगी रामसर, उत्थे कन्वेंशन हुई सीगी, काफ़ी सारी कंट्रीज़ ने इहनूं साइन किया सीगा। उस तो बाद इन्हां ने वैटलैंड नूं प्रिजर्व करना शुरू करता सीगा ऑल ओवर ग्लोब। तां एट प्रेजेंट पंजाब दे विच किन्नियां रामसर साइट्स ने? ये भी ध्यान दे विच रखना, टोटल 6 ने। पहला देखो 3 सीगियां, तां उस तो बाद 3 होर की हो गईयां जी? रीसेंट ऐड हुईयां ने। तां हरीके वैटलैंड डायरैक्ट पूछ लैंदे ने कि हरीके वैटलैंड या हरीके पत्तन कित्थे है जी? तरन ताਰਨ। ये याद रखना। कंजली, ये रीसेंट ही PBBB दे विच आया होया जी। कंजली वैटलैंड कित्थे है जी? कपूरथला। उस तो बाद रोपड़, आपां नूं पता ही है कि रोपड़ दे विच होएगा। ये 3 ने पुरानियां ने, ते जिहड़ियां 3 नवीआं ऐड होईयां ने वो किहड़ियां-किहड़ियां ने जी अपने पास? एक तां नंगल वैटलैंड है, ये ध्यान रखनी है। एक अपने पास हैगी है जी ब्यास कंजरवेशन रिजर्व, ठीक है, ये भी ध्यान दे विच रखना। एक हैगी है जी अपने पास केसोपुर म्यानी, ठीक है। केसोपुर म्यानी कित्थे है भी पूछ लिया जाता, तो यह भी याद रखना कि कित्थे है जी? गुरदासपुर दे विच है। तो टोटल 6 ने। रंजीत सागर वैसे वैटलैंड हैगी है जी, पर यह रामसर साइट नहीं हैगी, ठीक है। ये इत्थों थोड़ा करैक्ट कर लियो कि रंजीत सागर वैसे सॉरी वैटलैंड हैगी है, पर अपने पास रामसर साइट नहीं हैगी। रामसर साइट टोटल 6 ने, ठीक है। रामसर साइट आपने देख ही लिया कि एक कन्वेंशन के तहत इन्हों रामसर साइट्स के पा दिता जाता, क्योंकि इन्हों प्रिजर्व करने की जरूरत है। तो टोटल 6 रामसर साइट्स ने, उन्होंने नाम ने तुसी याद रखने ने, किहड़ी वैटलैंड किहड़ी लोकेशन दे विच है ये भी तुहानूं पता होना चाहिए। तो हुण आपां नैक्सट चलते हैं जी। हुण आपां गल करते हैं जी वाइल्ड लाइफ सैंचुरीज, ठीक है। किहड़ियां-किहड़ियां वाइल्ड लाइफ सैंचुरीज ने पंजाब दे विच पाईयां जांदियां ने? तुसीं अपने एंगल तो अपने एंड तो सारियां ही एक बार रिवाइज करनियां ने, पर मैं तुहानूं इहदे विचों मोस्ट इंपोर्टेंट दस्सांगी जिहदे विचों पेपर दे विच क्वेश्चन आंदे ने। तो देखो जी, हरीके पत्तन डायरैक्ट पुछ लैंदे ने, तरन ताਰਨ याद रखना है तुसीं। तकनी रहमपुर वाइल्ड लाइफ सैंचुरी हुशियारपुर डायरैक्ट है। अबोहर तो आपां नूं पता ही है जी, फाजिलका, ठीक है, इनू याद रखने की जरूरत नहीं। ये सारियां ने जी मोती बाग गुरदासपुर, भुनरहेड़ी, महस, दोसांझ और भादसों पटियाला डिवीजन दे विच ने। ये इन्नियां नहीं पूछियां जांदियां। एक तुसीं याद रखनी है जी बीड़ एशवान संगरूर दे विच है। झज्जर बचोली ये याद रखनी है, रूपनगर डिस्ट्रिक्ट दे विच है। और उस तो बाद अपने पास हैगी है जी कैथलौर, ये कित्थे अपने पास? पठानकोट। ये तुसीं जिहड़ियां 4 ने
ਇਹ ਯਾਦ ਰੱਖਣੀਆਂ ਨੇ ਜੀ, 5 ਨੇ ਸੌਰੀ, ਇਹਨਾਂ ਨੂੰ ਤੁਸੀਂ ਯਾਦ ਰੱਖਣਾ ਹੈ ਕਿਉਂਕਿ ਇਹਦੇ ਵਿੱਚੋਂ ਹੀ ਡਾਇਰੈਕਟ ਆਉਂਦਾ ਹੈ। ਪਟਿਆਲਾ ਵਾਲੀ ਦੇ ਵਿੱਚੋਂ ਨਹੀਂ ਪੁੱਛਿਆ ਜਾਂਦਾ ਜੀ ਇੰਨਾ, ਤਾਂ ਇੱਕ ਸੰਗਰੂਰ ਵਾਲੀ ਹੈ, ਇੱਕ ਝੱਜਰ ਵਿਚੋਲੀ ਹੈ, ਉੱਪਰ ਹਰੀਕੇ ਪੱਤਨ ਦੇ ਵਿੱਚ ਵਾਰ-ਵਾਰ ਕੁਐਸਚਨ ਆਉਂਦਾ ਹੈ, ਇੱਕ ਤਕਨੀ ਰਹਿਮਪੁਰ, ਠੀਕ ਹੈ, ਹੁਸ਼ਿਆਰਪੁਰ ਦੇ ਵਿੱਚ ਹੈ। ਤਾਂ ਇਹ ਸਾਰੀਆਂ 5 ਨੇ ਤੁਸੀਂ ਯਾਦ ਰੱਖਣੀਆਂ ਨੇ ਕਿਉਂਕਿ ਇਹਨਾਂ ਦੇ ਵਿੱਚੋਂ ਡਾਇਰੈਕਟ ਹੈ ਜਿਹੜਾ ਸਿੱਧਾ ਹੀ ਕੁਐਸਚਨ ਪੁੱਛ ਲਿਆ ਜਾਂਦਾ, ਠੀਕ ਹੈ ਜੀ। ਚਲੋ ਹੁਣ ਆਪਾਂ ਅੱਗੇ ਚੱਲਦੇ ਹਾਂ। ਹੁਣ ਆਪਾਂ ਗੱਲ ਕਰਦੇ ਹਾਂ ਜੀ ਤਖਤ ਦੀ। ਪੰਜਾਬ ਦੇ ਵਿੱਚ ਕਿੰਨੇ ਤਖਤ ਨੇ ਜਾਂ ਟੋਟਲ ਆਪਣੇ ਪਾਸ ਕਿੰਨੇ ਤਖਤ ਨੇ, ਐਦਾਂ ਦੇ ਕੁਐਸਚਨ ਆਉਂਦੇ ਨੇ। ਇਹ ਜਿਹੜੇ ਤਖਤ ਨੇ ਟੋਟਲ 5 ਤਖਤ ਨੇ, ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ। ਸਿੱਖੀਜ਼ਮ ਰਿਲੀਜਨ ਦੇ ਇਹ ਸਾਰੇ ਦੇ ਸਾਰੇ ਤਖਤ ਨੇ। ਤਾਂ ਆਪਾਂ ਇੱਕ ਇੱਕ ਕਰਕੇ ਦੇਖਦੇ ਹਾਂ ਕਿਹੜਾ ਤਖਤ ਕਿਹੜੇ ਏਰੀਆ ਦੇ ਵਿੱਚ ਹੈ, ਕਿਹੜੀ ਲੋਕੇਸ਼ਨ ਦੇ ਉੱਪਰ ਹੈ, ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਤਾਂ ਸਭ ਤੋਂ ਪਹਿਲਾਂ ਸ਼੍ਰੀ ਅਕਾਲ ਤਖਤ ਸਭ ਨੂੰ ਪਤਾ ਹੈ ਅੰਮ੍ਰਿਤਸਰ ਪੰਜਾਬ ਦੇ ਵਿੱਚ ਹੈ ਜੀ। ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਬਠਿੰਡਾ ਪੰਜਾਬ ਦੇ ਵਿੱਚ ਹੈ। ਸ਼੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਪੰਜਾਬ ਦੇ ਵਿੱਚ ਹੈ। ਪਟਨਾ ਸਾਹਿਬ ਕਿੱਥੇ ਹੈ ਜੀ? ਬਿਹਾਰ ਦੀ ਜੋ ਕੈਪੀਟਲ ਹੈ ਪਟਨਾ ਹੈ, ਤਾਂ ਓਬਵੀਅਸਲੀ ਬਿਹਾਰ ਦੀ ਜਿਹੜੀ ਕੈਪੀਟਲ ਉਹ ਪਟਨਾ ਹੈ, ਤਾਂ ਕਿੱਥੇ ਹੋਏਗਾ? ਬਿਹਾਰ ਦੇ ਵਿੱਚ ਹੋਏਗਾ। ਤੇ ਸ਼੍ਰੀ ਹਜ਼ੂਰ ਸਾਹਿਬ ਕਿੱਥੇ ਹੈ ਜੀ? ਨੰਦੇੜ ਮਹਾਰਾਸ਼ਟਰ ਦੇ ਵਿੱਚ। ਰੀਸੈਂਟ ਦੇਖੋ ਕੁਐਸਚਨ ਕੀ ਆਇਆ ਸੀਗਾ ਕਿ ਹਾਊ ਮੈਨੀ ਤਖਤਸ ਆਰ ਇਨ ਪੰਜਾਬ, ਠੀਕ ਹੈ, ਕਿ ਟੋਟਲ ਪੰਜਾਬ ਦੇ ਵਿੱਚ ਕਿੰਨੇ ਤਖਤ ਨੇ? ਤਾਂ 3 ਦੇਖੋ ਜੀ, 3 ਤਖਤ ਨੇ ਜਿਹੜੇ ਪਹਿਲੇ ਉਹ ਪੰਜਾਬ ਦੇ ਵਿੱਚ ਨੇ। ਬਠਿੰਡਾ ਹੋ ਗਿਆ, ਅੰਮ੍ਰਿਤਸਰ ਹੋ ਗਿਆ, ਅਨੰਦਪੁਰ ਸਾਹਿਬ ਹੋ ਗਿਆ। ਪਰ ਜਿਹੜੇ ਲਾਸਟ ਵਾਲੇ 2 ਤਖਤ ਨੇ ਇਹ ਪੰਜਾਬ ਦੇ ਵਿੱਚ ਨਹੀਂ ਹੈਗੇ, ਇੱਕ ਬਿਹਾਰ ਦੇ ਵਿੱਚ ਹੈ, ਇੱਕ ਮਹਾਰਾਸ਼ਟਰ ਦੇ ਵਿੱਚ ਹੈ। ਔਰ ਇਹ ਦੋਨੋਂ ਤਖਤ ਕਿਹਨੇ ਬਣਾਏ ਸੀਗੇ ਜੀ? ਮਹਾਰਾਜਾ ਰਣਜੀਤ ਸਿੰਘ ਨੇ ਬਣਾਏ ਸੀਗੇ। ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ, ਐਦਾਂ ਵੀ ਕੁਐਸਚਨ ਪੁੱਛ ਲਿਆ ਜਾਂਦਾ ਹੈ। ਹੁਣ ਆਪਾਂ ਨੈਕਸਟ ਅੱਗੇ ਚੱਲਦੇ ਹਾਂ ਜੀ ਆਪਣੇ ਪਾਸ। ਨੈਕਸਟ ਆਪਣੇ ਪਾਸ ਹੈਗਾ ਜੀ ਪੈਪਸੂ। ਪੈਪਸੂ ਉੱਪਰ ਵੀ ਕਾਫੀ ਕੁਐਸਚਨ ਆ ਜਿਹੜਾ ਪੁੱਛਿਆ ਜਾਂਦਾ। ਤਾਂ ਪਹਿਲਾਂ ਤਾਂ ਆਪਾਂ ਨੂੰ ਪੈਪਸੂ ਦੀ ਫੁੱਲ ਫਾਰਮ ਹੀ ਪਤਾ ਹੋਣੀ ਚਾਹੀਦੀ ਹੈ। ਪੈਪਸੂ ਦੀ ਫੁੱਲ ਫਾਰਮ ਹੈਗੀ ਹੈ ਪਟਿਆਲਾ ਐਂਡ ਈਸਟ ਪੰਜਾਬ ਸਟੇਟ ਯੂਨੀਅਨ, ਠੀਕ ਹੈ, ਫੁੱਲ ਫਾਰਮ ਯਾਦ ਰੱਖਣੀ ਆ। ਪੈਪਸੂ ਕੀ ਹੈ ਜੀ? ਕਦੋਂ ਇਨੈਗੋਰੇਟ ਹੋਇਆ ਜੀ? ਇਹਨੂੰ ਯਾਦ ਰੱਖਣਾ 1948। ਡਾਇਰੈਕਟ ਪੁੱਛ ਲੈਂਦੇ ਨੇ ਕਿ ਪੈਪਸੂ ਕਦੋਂ ਬਣਿਆ? 1948 ਦੇ ਵਿੱਚ ਬਣਿਆ। 8 ਪ੍ਰਿੰਸਲੀ ਸਟੇਟਸ ਸੀਗੀਆਂ ਜਿਹਦੇ ਵਿੱਚ ਜਿਨ੍ਹਾਂ ਨੂੰ ਮਰਜ ਕਰਕੇ ਇਹ ਪੈਪਸੂ ਬਣਾਇਆ ਗਿਆ। 8 ਨੰਬਰ ਯਾਦ ਰੱਖਣਾ ਹੈ। ਉਹਦੇ ਵਿੱਚ ਕਿਹੜੀਆਂ ਕਿਹੜੀਆਂ ਸਟੇਟ ਸੀ? ਪਟਿਆਲਾ, ਨਾਭਾ, ਜੀਂਦ, ਫਰੀਦਕੋਟ, ਕਪੂਰਥਲਾ, ਕਲਸੀਆਂ, ਨਾਲਾਗੜ੍ਹ ਔਰ ਮਲੇਰਕੋਟਲਾ। 8 ਦੇ 8 ਤੁਸੀਂ ਕੀ ਰੱਖਣੇ ਨੇ ਜੀ? ਨਾਮ ਯਾਦ ਰੱਖਣੇ ਨੇ। ਐਟ दैट ਟਾਈਮ ਸੀਐਮ ਕੌਣ ਸੀਗੇ ਜੀ? ਸਰਦਾਰ ਗਿਆਨ ਸਿੰਘ ਸੀਗੇ। ਉਸ ਤੋਂ ਬਾਅਦ ਪੈਪਸੂ ਦੇਖੋ 1948 ਦੇ ਵਿੱਚ ਬਣਿਆ। ਫਿਰ ਉਸ ਤੋਂ ਬਾਅਦ ਪੈਪਸੂ ਹੈ ਜਿਹੜਾ ਦੁਬਾਰਾ ਪੰਜਾਬ ਦੇ ਵਿੱਚ ਕੀ ਹੋ ਗਿਆ ਸੀ? ਸੌਰੀ ਮਰਜ ਹੋ ਗਿਆ ਸੀਗਾ। ਕਦੋਂ? 1956 ਦੇ ਵਿੱਚ। ਤਾਂ 48 ਚ ਬਣਿਆ ਹੈ, 56 ਦੇ ਵਿੱਚ ਕੀ ਹੋ ਗਿਆ ਜੀ? ਇਹ ਪੰਜਾਬ ਦੇ ਵਿੱਚ ਮਰਜ ਹੋ ਗਿਆ। ਤਾਂ ਦੇਖੋ ਜੀ ਆਪਾਂ ਨੇ ਇੱਕ ਕੁਐਸਚਨ ਸਟਾਰਟਿੰਗ ਦੇ ਵਿੱਚ ਹੀ ਡਿਸਕਸ ਕੀਤਾ ਸੀਗਾ ਕਿ ਆਫਟਰ ਇੰਡੀਪੈਂਡੈਂਸ ਸੀਗੇ ਜਿਹੜੇ ਪੰਜਾਬ ਦੇ ਸੀਐਮ ਕੌਣ ਸੀਗੇ। ਤਾਂ ਦੇਖੋ ਜੀ 1947 ਦੇ ਵਿੱਚ ਆਪਾਂ ਇੰਡੀਪੈਂਡੈਂਸ ਜਿਹੜੀ ਆਪਾਂ ਨੂੰ ਮਿਲੀ ਸੀਗੀ, ਉਸ ਤੋਂ ਬਾਅਦ 1948 ਦੇ ਵਿੱਚ ਹੀ ਪੈਪਸੂ ਬਣਿਆ ਸੀਗਾ। ਤਾਂ ਇੱਥੋਂ ਵੀ ਥੋੜਾ ਜਿਹਾ ਤੁਹਾਨੂੰ ਇੰਡੀਕੇਸ਼ਨ ਲੱਗ ਸਕਦਾ ਕਿ ਸਰਦਾਰ ਗਿਆਨ ਸਿੰਘ ਸੀਗੇ ਜਿਹੜੇ ਆਪਣੇ ਆਜ਼ਾਦੀ ਤੋਂ ਬਾਅਦ ਆਪਣੇ ਪਹਿਲੇ ਕੀ ਸੀਗੇ? ਸੀਐਮ ਸੀ, ਠੀਕ ਹੈ। ਤਾਂ ਇਹ ਵੀ ਚੀਜ਼ ਦਾ ਧਿਆਨ ਰੱਖਿਓ। ਇੱਥੇ 2 ਕੁਐਸਚਨ ਹੋਰ ਵੀ ਆਉਂਦੇ ਹੁੰਦੇ ਨੇ ਕਿ ਜਦੋਂ ਪੈਪਸੂ ਬਣਿਆ ਉਸ ਟਾਈਮ ਦੇ ਵਿੱਚ ਜੋ ਰਾਜ ਪ੍ਰਮੁੱਖ ਸੀਗਾ, ਜਿਹਨੂੰ ਆਪਾਂ ਗਵਰਨਰ ਬੋਲਦੇ ਹਾਂ ਜੀ, ਰਾਜ ਪ੍ਰਮੁੱਖ ਕੌਣ ਸੀਗੇ ਜੀ? ਯਾਦਵਿੰਦਰਾ ਸਿੰਘ ਸੀਗੇ। ਇਹ ਵੀ ਧਿਆਨ ਰੱਖਣਾ। ਇੱਕ ਉਪ ਰਾਜ ਪ੍ਰਮੁੱਖ ਪੁੱਛ ਲੈਂਦੇ ਨੇ, ਉਹ ਸੀਗੇ ਜੀ ਜਗਤਜੀਤ ਸਿੰਘ। ਇਹ ਵੀ ਦੋਨੋਂ ਨਾਮ ਤੁਸੀਂ ਯਾਦ ਰੱਖਣੇ ਨੇ ਪੈਪਸੂ ਦੇ ਵਿੱਚੋਂ। ਇੱਥੋਂ ਵੀ ਕੁਐਸਚਨ ਫਰੇਮ ਹੁੰਦਾ। ਆਈ ਰਿਪੀਟ, ਜਗਤਜੀਤ ਸਿੰਘ ਸੀਗੇ ਉਪ ਰਾਜ ਪ੍ਰਮੁੱਖ, ਤੇ ਰਾਜ ਪ੍ਰਮੁੱਖ ਕਿਹੜੇ ਸੀਗੇ ਜੀ? ਯਾਦਵਿੰਦਰਾ ਸਿੰਘ। 1948 ਦੇ ਵਿੱਚ ਬਣਿਆ। 8 ਪ੍ਰਿੰਸਲੀ ਸਟੇਟ ਸੀ, ਸਭ ਦੇ ਨਾਮ ਯਾਦ ਰੱਖਣੇ ਆ। ਔਰ 1956 ਦੇ ਵਿੱਚ ਪੈਪਸੂ ਪੰਜਾਬ ਦੇ ਨਾਲ ਕੀ ਹੋ ਗਿਆ ਜੀ? ਮਰਜ ਹੋ ਗਿਆ। ਤਾਂ ਅੱਗੇ ਚੱਲਦੇ ਹਾਂ ਜੀ ਆਪਾਂ ਹੁਣ। ਹਾਂਜੀ, ਹੁਣ ਹੈਗਾ ਆਪਣੇ ਪਾਸ ਪੰਜਾਬੀ ਸੂਬਾ ਜਿਹੜਾ ਮੂਵਮੈਂਟ ਹੈ। ਇਹਦੇ ਉੱਪਰ ਡਾਇਰੈਕਟ ਪੁੱਛ ਲਿਆ ਜਾਂਦਾ ਕਿ ਜਿਹੜੀ ਪੰਜਾਬੀ ਸੂਬਾ ਮੂਵਮੈਂਟ ਹੈ ਉਹਦੇ ਪੋਇਨੀਅਰ ਕੌਣ ਸੀਗੇ ਜਾਂ ਉਹਨਾਂ ਦੇ ਪ੍ਰੋਮੀਨੈਂਟ ਜਿਹੜੇ ਲੀਡਰ ਸੀਗੇ ਉਹ ਕੌਣ ਸੀ। ਤਾਂ ਦੇਖੋ ਜੀ ਪੰਜਾਬੀ ਸੂਬਾ ਮੂਵਮੈਂਟ ਕੀ ਸੀ? ਪਹਿਲਾਂ ਤਾਂ ਆਪਾਂ ਇਹ ਸਮਝ ਲੈਂਦੇ ਹਾਂ ਕਿ ਜਿਹੜੀ ਪੰਜਾਬੀ ਸੂਬਾ ਮੂਵਮੈਂਟ ਸੀਗੀ ਉਹ ਇੱਕ ਤਰੀਕੇ ਦਾ ਕੀ ਸੀਗਾ ਕਿ ਪੰਜਾਬ ਨੂੰ ਰੀਆਰਗੇਨਾਈਜ਼ ਕੀਤਾ ਜਾਵੇ ਲਿੰਗੁਇਸਟਿਕ ਬੇਸਿਸ ਤੇ। ਕਿਉਂਕਿ ਆਪਾਂ ਨੇ ਦੇਖਿਆ ਨਾ 1966 ਦੇ ਵਿੱਚ ਪੰਜਾਬ ਬਣਿਆ। ਆਪਾਂ ਗੱਲ ਕੀਤੀ ਸੀ ਕਿ ਹਿੰਦੀ ਸਪੀਕਿੰਗ ਪੀਪਲ ਹਰਿਆਣਾ ਦੇ ਵਿੱਚ ਚਲੇ ਗਏ ਔਰ ਪੰਜਾਬੀ ਸਪੀਕਿੰਗ ਪੀਪਲ ਪੰਜਾਬ ਦੇ ਵਿੱਚ ਆ ਗਏ। ਤਾਂ ਜਿਹੜੀ ਪੰਜਾਬੀ ਸੂਬਾ ਮੂਵਮੈਂਟ ਸੀ ਉਹ ਇਸੇ ਬੇਸ ਤੇ ਸੀਗੇ ਕਿ ਜਿਹੜੀ ਪੰਜਾਬ ਨੂੰ ਲਿੰਗੁਇਸਟਿਕ ਬੇਸ ਤੇ ਕੀ ਕੀਤਾ ਜਾਵੇ? ਰੀਆਰਗੇਨਾਈਜ਼ ਕੀਤਾ ਜਾਵੇ। ਤਾਂ ਇਸ ਪੰਜਾਬੀ ਸੂਬਾ ਮੂਵਮੈਂਟ ਦੇ ਜਿਹੜੇ ਪ੍ਰੋਮੀਨੈਂਟ ਲੀਡਰ ਸੀਗੇ, ਡਾਇਰੈਕਟ ਪੇਪਰ ਦੇ ਵਿੱਚ ਆਉਂਦਾ ਹੁੰਦਾ, ਮਾਸਟਰ ਤਾਰਾ ਸਿੰਘ ਔਰ ਸੰਤ ਫਤਿਹ ਸਿੰਘ, 2 ਜਿਹੜੇ ਪ੍ਰੋਮੀਨੈਂਟ ਲੀਡਰ ਸੀਗੇ ਪੰਜਾਬੀ ਸੂਬਾ ਮੂਵਮੈਂਟ ਦੇ। ਰੀਸੈਂਟ ਪਟਵਾਰੀ ਦੇ ਪੇਪਰ ਦੇ ਵਿੱਚ ਇਹ ਕੁਐਸਚਨ ਡਾਇਰੈਕਟ ਪੁੱਛਿਆ ਹੋਇਆ ਸੀਗਾ ਕਿ ਜਿਹੜੇ ਪੰਜਾਬੀ ਸੂਬਾ ਮੂਵਮੈਂਟ ਦੇ ਜਿਹੜੇ ਮੇਨ ਲੀਡਰ ਸੀਗੇ ਉਹ ਕੌਣ ਸੀਗੇ, ਠੀਕ ਹੈ। ਮਾਸਟਰ ਤਾਰਾ ਸਿੰਘ ਦਾ ਨਾਮ ਹੈ ਜੀ, ਜ਼ਿਆਦਾ ਆਉਂਦਾ ਹੈ ਮਾਸਟਰ ਤਾਰਾ ਸਿੰਘ, ਨਾਲ ਤੁਸੀਂ ਸੰਤ ਫਤਿਹ ਸਿੰਘ ਵੀ ਯਾਦ ਰੱਖਣਾ। ਤਾਂ ਅੱਗੇ ਚੱਲਦੇ ਹਾਂ ਜੀ ਹੁਣ ਆਪਾਂ। ਤਾਂ ਦੇਖੋ ਜੀ ਹੁਣ ਆਪਾਂ ਪੰਜਾਬੀ ਸੂਬਾ ਮੂਵਮੈਂਟ ਤਾਂ ਪੜ੍ਹ ਲਈ ਕਿ ਪੰਜਾਬੀ ਸੂਬਾ ਮੂਵਮੈਂਟ ਕੀ ਸੀ, ਕਿ ਪੰਜਾਬ ਨੂੰ ਰੀਆਰਗੇਨਾਈਜ਼ ਕਰਵਾਉਣਾ ਸੀ। ਜਦੋਂ ਪੰਜਾਬ ਨੂੰ ਰੀਆਰਗੇਨਾਈਜ਼ ਕਰਾਇਆ ਤਾਂ ਉਹਦੇ ਲਈ ਕੋਈ ਕਮਿਸ਼ਨ ਜਾਂ ਕੋਈ ਕਮੇਟੀ ਤਾਂ ਬੈਠੀ ਹੋਏਗੀ,
ठीक है ना। ਤਾਂ ਹੀ ਉਸ ਤੋਂ ਬਾਅਦ ਪੰਜਾਬ ਔਰ ਹਰਿਆਣਾ ਹੈ ਜਿਹੜੇ ਸੈਪਰੇਟ ਹੋਏ ਨੇ, ਤਾਂ ਉਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ। ਪੰਜਾਬ ਜਿਹੜਾ ਬਾਉਂਡਰੀ ਕਮਿਸ਼ਨ ਸੀਗਾ ਉਹ ਕਦੋਂ ਹੋਇਆ ਜੀ, ਕਦੋਂ ਮਤਲਬ ਇਹ ਆਰਗੇਨਾਈਜ਼ ਹੋਇਆ 1966 ਦੇ ਵਿੱਚ। ਔਰ ਇਹ ਜਿਹੜੇ ਕਮਿਸ਼ਨ ਦੇ ਮੇਨ ਚੇਅਰਮੈਨ ਸੀਗੇ ਸ਼ਾਹ ਸੀਗੇ, JC ਸ਼ਾਹ, ਤਾਂ ਇਸ ਲਈ ਇਹਨੂੰ ਸ਼ਾਹ ਕਮਿਸ਼ਨ ਬੋਲਿਆ ਜਾਂਦਾ। ਤਾਂ ਇਹਨਾਂ ਨੇ ਕੀ ਕੀਤਾ ਜੀ, ਪੰਜਾਬ ਨੂੰ ਰੀਆਰਗੇਨਾਈਜ਼ ਕੀਤਾ ਲੈਂਗੁਏਜ ਬੇਸ ਦੇ ਉੱਪਰ। ਔਰ 1 ਨਵੰਬਰ 1966 ਨੂੰ ਕੀ ਕੀਤਾ ਗਿਆ ਜੀ, ਪੰਜਾਬ ਨੂੰ 3 ਪਾਰਟਸ ਦੇ ਵਿੱਚ ਡਿਵਾਈਡ ਕੀਤਾ ਗਿਆ। ਹਰਿਆਣਾ ਆਪਾਂ ਨੂੰ ਪਤਾ ਹੈ ਹਿੰਦੀ ਸਪੀਕਿੰਗ ਪੀਪਲ, ਔਰ ਜਿਹੜਾ ਹਿਲੀ ਏਰੀਆ ਸੀਗਾ ਉਹ ਹਿਮਾਚਲ ਦੇ ਵਿੱਚ ਚਲਾ ਗਿਆ, ਔਰ ਜਿਹੜੇ ਪੰਜਾਬੀ ਸਪੀਕਿੰਗ ਪੀਪਲ ਸੀ ਉਹਨਾਂ ਦਾ ਏਰੀਆ ਪੰਜਾਬ ਹੋ ਗਿਆ। ਤਾਂ ਐਦਾਂ 1 ਨਵੰਬਰ 1966 ਨੂੰ ਪੰਜਾਬ ਨੂੰ ਕੀ ਕਰ ਦਿੱਤਾ ਗਿਆ ਜੀ, ਡਿਵਾਈਡ ਕਰ ਦਿੱਤਾ ਗਿਆ। ਕਿਹੜੇ ਕਮਿਸ਼ਨ ਦੇ ਦੁਆਰਾ ਕੀਤਾ ਗਿਆ, ਸ਼ਾਹ ਕਮਿਸ਼ਨ ਦੇ ਦੁਆਰਾ। 1 ਨਵੰਬਰ 1966 ਨੂੰ ਆਪਾਂ ਐਜ਼ ਵੈਲ ਐਜ਼ ਹਰਿਆਣਾ ਡੇ ਵੀ ਕੀ ਕਰਦੇ ਹਾਂ ਜੀ, ਸੈਲੀਬ੍ਰੇਟ ਕਰਦੇ ਹਾਂ, ਮਤਲਬ ਹਰਿਆਣੇ ਵਾਲੇ ਹਰਿਆਣਾ ਡੇ ਵੀ ਸੈਲੀਬ੍ਰੇਟ ਕਰਦੇ ਆ। ਤਾਂ ਇਹ ਵੀ ਚੀਜ਼ਾਂ ਦਾ ਤੁਸੀਂ ਧਿਆਨ ਰੱਖਣਾ। ਉਸ ਤੋਂ ਬਾਅਦ ਨੈਕਸਟ ਹੈਗਾ ਜੀ ਰਾਜੀਵ ਲੌਂਗੋਵਾਲ ਅਕੋਰਡ। ਦੇਖੋ ਜੀ ਇਹਦੇ ਵਿੱਚੋਂ ਆਪਾਂ ਨੂੰ ਕੀ ਪੜ੍ਹਨ ਦੀ ਜ਼ਰੂਰਤ ਹੈ, ਇਹਦੇ ਵਿੱਚੋਂ ਪੇਪਰ ਦੇ ਵਿੱਚ ਡਾਇਰੈਕਟ ਆਉਂਦਾ ਹੁੰਦਾ ਹੈ ਕਿ ਜਿਹੜੇ ਰਾਜੀਵ ਲੌਂਗੋਵਾਲ ਅਕੋਰਡ ਸੀਗੇ, ਇੱਕ ਤਾਂ ਉਹ ਕਦੋਂ ਸਾਈਨ ਹੋਇਆ ਸੀਗਾ, ਠੀਕ ਹੈ, ਕਦੋਂ ਸਾਈਨ ਹੋਇਆ ਸੀਗਾ 24 ਜੁਲਾਈ 1985। ਬਸ ਤੁਸੀਂ ਇਹ ਡੇਟ ਯਾਦ ਰੱਖਣੀ ਹੈ। ਪ੍ਰੈਜ਼ੀਡੈਂਟ ਕੌਣ ਸੀਗੇ, ਹਰਚਰਨ ਸਿੰਘ ਲੌਂਗੋਵਾਲ। ਵੈਸੇ ਲੌਂਗੋਵਾਲ ਵਰਡ ਨਹੀਂ ਆਏਗਾ ਕਿਉਂਕਿ ਲੌਂਗੋਵਾਲ ਇੱਥੇ ਵੀ ਆ ਗਿਆ, ਹਰਚਰਨ ਸਿੰਘ ਤੁਹਾਨੂੰ ਆ ਸਕਦਾ। ਤਾਂ ਪ੍ਰੈਜ਼ੀਡੈਂਟ ਕਿਹੜੇ ਸੀਗੇ, ਹਰਚਰਨ ਸਿੰਘ। 24 ਜੁਲਾਈ 1985 ਨੂੰ ਕੀ ਹੋਇਆ ਸੀਗਾ, ਰਾਜੀਵ ਲੌਂਗੋਵਾਲ ਅਕੋਰਡ ਹੈ ਜਿਹੜਾ ਸਾਈਨ ਹੋਇਆ ਸੀਗਾ। ਇਹਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ। ਉਸ ਤੋਂ ਬਾਅਦ ਆਪਾਂ ਨੈਕਸਟ ਚੱਲਦੇ ਹਾਂ ਜੀ। ਨੈਕਸਟ ਹੈਗਾ ਆਪਣੇ ਪਾਸ ਐਡਮਿਨਿਸਟ੍ਰੇਟਿਵ ਡਿਵੀਜ਼ਨ ਆਫ ਪੰਜਾਬ। ਪੰਜਾਬ ਦੀਆਂ ਦੇਖੋ ਜੀ ਹੁਣ ਕਿੰਨੀਆਂ ਡਿਵੀਜ਼ਨਸ ਨੇ, ਇਹ ਵੀ ਆਪਾਂ ਨੂੰ ਪਤਾ ਹੋਣਾ ਚਾਹੀਦਾ। ਜਿਹੜੀਆਂ ਪੰਜਾਬ ਦੀਆਂ ਟੋਟਲ ਡਿਵੀਜ਼ਨ ਨੇ ਉਹ ਕਿੰਨੀਆਂ ਨੇ ਜੀ, 5 ਨੇ। ਤਾਂ ਜਿਹੜਾ ਰੋਪੜ ਹੈ ਉਹ ਲਾਸਟ ਨਿਊਲੀ ਕਰਵਡ ਹੈ ਜੀ ਡਿਵੀਜ਼ਨ, ਜਿਹੜੀ 2010 ਦੇ ਵਿੱਚ ਬਣੀ ਸੀਗੀ। ਇੱਕ ਫਰੀਦਕੋਟ ਹੈ, ਫਿਰੋਜ਼ਪੁਰ ਹੈ, ਜਲੰਧਰ ਹੈ, ਪਟਿਆਲਾ ਹੈ ਤੇ ਰੋਪੜ ਹੈ। ਤੇ ਹੁਣੀ ਆਪਾਂ ਰੀਸੈਂਟ ਉੱਪਰ ਵੀ ਗੱਲ ਕਰਕੇ ਚੁੱਕੇ ਹਾਂ ਕਿ ਜਿਹੜਾ ਆਪਣਾ ਨਵਾਂ ਡਿਸਟ੍ਰਿਕਟ ਬਣਿਆ ਜੀ ਮਲੇਰਕੋਟਲਾ, ਉਹ ਕਿਹੜੀ ਡਿਵੀਜ਼ਨ ਦੇ ਵਿੱਚ ਆਂਦਾ। ਤਾਂ ਦੇਖੋ ਜੀ ਉਹ ਆਂਦਾ ਪਟਿਆਲਾ ਡਿਵੀਜ਼ਨ ਦੇ ਵਿੱਚ, ਕਿਉਂਕਿ ਜਿਹੜਾ ਸੰਗਰੂਰ ਹੈ ਉਹ ਪਟਿਆਲਾ ਡਿਵੀਜ਼ਨ ਦੇ ਵਿੱਚ ਆਂਦਾ। ਕਿਉਂਕਿ ਮਲੇਰਕੋਟਲਾ ਸੰਗਰੂਰ ਚੋਂ ਕਰਵਡ ਆਊਟ ਹੋਇਆ, ਤਾਂ ਦੈਟ ਮੀਨਸ ਮਲੇਰਕੋਟਲਾ ਵੀ ਕਿਹੜੀ ਡਿਵੀਜ਼ਨ ਦੇ ਵਿੱਚ ਆਊਗਾ, ਆਪਣੇ ਪਾਸ ਪਟਿਆਲਾ ਡਿਵੀਜ਼ਨ ਦੇ ਵਿੱਚ। ਇਹਦੇ ਵਿੱਚੋਂ ਸਭ ਤੋਂ ਵੱਡੀ ਡਿਵੀਜ਼ਨ ਕਿਹੜੀ ਹੈ ਜੀ, ਯਾਦ ਰੱਖਣਾ, ਇਹਦੇ ਵਿੱਚੋਂ ਸਭ ਤੋਂ ਵੱਡੀ ਡਿਵੀਜ਼ਨ ਹੈਗੀ ਆ ਜਲੰਧਰ ਡਿਵੀਜ਼ਨ। ਇਹ ਵੀ ਸਮਟਾਈਮਸ ਪੁੱਛ ਲਿਆ ਜਾਂਦਾ, ਠੀਕ ਹੈ। ਨੈਕਸਟ ਚੱਲਦੇ ਹਾਂ ਜੀ ਆਪਾਂ। ਹੁਣ ਆਪਾਂ ਸੈਂਸਿਸ ਦੀ ਗੱਲ ਕਰਦੇ ਹਾਂ ਜੀ। ਦੇਖੋ ਜਿਹੜਾ ਸਭ ਤੋਂ ਪਹਿਲਾ ਸੈਂਸਿਸ ਕਦੋਂ ਹੋਇਆ ਸੀਗਾ, ਇਹ ਤਾਂ ਡਾਇਰੈਕਟ ਹੀ ਕੁਐਸਚਨ ਪੁੱਛ ਲਿਆ ਜਾਂਦਾ, 1872 ਦੇ ਵਿੱਚ ਹੋਇਆ ਸੀ। ਲਾਰਡ ਮਾਇਓ ਦੇ ਟਾਈਮ ਸਭ ਤੋਂ ਪਹਿਲਾ ਸੈਂਸਿਸ ਹੋਇਆ ਸੀ। ਪਰ ਅਗਰ ਆਪਾਂ ਆਫਟਰ ਇੰਡੀਪੈਂਡੈਂਸ ਦੀ ਗੱਲ ਕਰੀਏ ਕਿ ਆਫਟਰ ਇੰਡੀਪੈਂਡੈਂਸ ਜਿਹੜਾ ਸਭ ਤੋਂ ਪਹਿਲਾ ਸੈਂਸਿਸ ਸੀ ਉਹ ਕਦੋਂ ਹੋਇਆ ਸੀਗਾ, 1951 ਦੇ ਵਿੱਚ ਹੋਇਆ ਸੀਗਾ। ਇਹ ਵੀ ਚੀਜ਼ ਦਾ ਤੁਸੀਂ ਧਿਆਨ ਰੱਖਣਾ। ਤੇ ਅਗਰ ਆਪਾਂ ਵੈਸੇ 1872 ਤੋਂ ਦੇਖੀਏ ਜੀ, ਤਾਂ ਜਿਹੜਾ 2011 ਸੈਂਸਿਸ ਦੀ ਆਪਾਂ ਗੱਲ ਕਰ ਰਹੇ ਹਾਂ ਤਾਂ ਇਹ 15th ਸੈਂਸਿਸ ਸੀਗਾ, ਅਗਰ 1872 ਤੋਂ ਗੱਲ ਕਰੀਏ। ਅਗਰ ਇੰਡੀਪੈਂਡੈਂਸ ਤੋਂ ਬਾਅਦ ਦੀ ਗੱਲ ਕਰੀਏ ਤਾਂ ਇਹ 7th ਸੀਗਾ। ਜਿਹੜਾ ਸੈਂਸਿਸ ਹੈ ਹਰ 10 ਸਾਲ ਦੇ ਬਾਅਦ ਹੁੰਦਾ ਹੈ, ਇਹ ਵੀ ਆਪਾਂ ਨੂੰ ਪਤਾ ਹੋਣਾ ਚਾਹੀਦਾ। ਤੇ ਪੰਜਾਬ ਦਾ ਏਰੀਆ ਆਪਾਂ ਆਲਰੇਡੀ ਉੱਪਰ ਡਿਸਕਸ ਕਰ ਚੁੱਕੇ ਹਾਂ। ਤੇ ਇਹ ਵੀ ਯਾਦ ਰੱਖਣਾ ਕਿ ਜਿਹੜਾ ਪੰਜਾਬ ਹੈ ਇੰਡੀਆ ਦੇ ਵਿੱਚ ਹੁਣ ਬਹੁਤ ਸਾਰਾ ਏਰੀਆ ਹੈ, ਇੰਡੀਆ ਦੇ ਸਾਰੇ ਏਰੀਏ ਦੇ ਵਿੱਚੋਂ ਜਿਹੜਾ ਪੰਜਾਬ ਨੇ ਕਿੰਨਾ ਏਰੀਆ ਕਵਰ ਕੀਤਾ ਹੋਇਆ ਹੈ, 1.56%। ਅਪਰੋਕਸੀਮੇਟ ਤੁਸੀਂ 1.50 ਇਹਨੂੰ ਐਦਾਂ ਅਪਰੋਕਸੀਮੇਟ ਕਰਕੇ ਯਾਦ ਰੱਖ ਸਕਦੇ ਹੋ। ਅਗਰ ਆਪਾਂ ਗੱਲ ਕਰੀਏ ਜੀ, ਨੈਕਸਟ ਆਪਾਂ ਦੇਖਦੇ ਹਾਂ ਜੀ ਪੰਜਾਬ ਹੈ ਜਿਹੜਾ ਕਿੰਨਵਾਂ ਸਟੇਟ ਹੈ। ਪੰਜਾਬ ਹੈ ਜਿਹੜਾ ਅਗਰ ਆਪਾਂ ਪੋਪੂਲੇਸ਼ਨ ਵਾਈਜ਼ ਦੇਖੀਏ ਇੰਡੀਆ ਦਾ ਕਿੰਨਵੇਂ ਨੰਬਰ ਤੇ ਆਂਦਾ, ਤਾਂ ਪੰਜਾਬ ਹੈ ਜੀ 60th, ਠੀਕ ਹੈ। 16ਵਾਂ ਮੋਸਟ ਪੋਪੂਲਸ ਸਟੇਟ ਹੈ ਜੀ ਕਿਹਦਾ, ਇੰਡੀਆ ਦਾ। ਇਹ ਵੀ ਚੀਜ਼ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ। ਨੈਕਸਟ ਔਰ ਇੱਕ ਹੋਰ ਕੀ ਹੈ ਜੀ ਇਹਦੇ ਵਿੱਚ, 2.29% ਆਫ ਪੀਪਲ ਆਫ ਇੰਡੀਆ ਇਨ ਪੰਜਾਬ। ਕਿ ਜਿਹੜੇ ਪੰਜਾਬ ਦੇ ਵਿੱਚ, ਅਗਰ ਇੰਡੀਆ ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਕਿੰਨੀ ਜ਼ਿਆਦਾ ਪੋਪੂਲੇਸ਼ਨ ਹੈ, ਤਾਂ ਪੰਜਾਬ ਦੇ ਵਿੱਚ ਉਹਦੇ ਵਿਦ ਰਿਸਪੈਕਟ ਕਿੰਨੀ ਪੋਪੂਲੇਸ਼ਨ ਆ, ਅਪਰੋਕਸੀਮੇਟ 3%, ਸੌਰੀ 3 ਨਹੀਂ 2.29%, 2.30 ਤੁਸੀਂ ਐਦਾਂ ਕਰਕੇ ਯਾਦ ਕਰ ਸਕਦੇ ਹੋ, ਠੀਕ ਹੈ। ਅਪਰੋਕਸੀਮੇਟ ਜਿਹਾ ਕਰਕੇ ਕਿ 2.30% ਜਿਹੜੇ ਲੋਕ ਨੇ, ਅਗਰ ਆਲ ਓਵਰ ਇੰਡੀਆ 'ਚ 100% ਨੇ, ਉਹਦੇ ਵਿੱਚੋਂ 2.30% ਜਿਹੜੇ ਲੋਕ ਨੇ ਉਹ ਕਿੱਥੇ ਰਹਿੰਦੇ ਨੇ, ਪੰਜਾਬ ਦੇ ਵਿੱਚ ਰਹਿੰਦੇ ਨੇ। ਔਰ ਜਿਹੜਾ ਇੰਡੀਆ ਦੀ ਅਗਰ ਪੋਪੂਲੇਸ਼ਨ ਵਾਈਜ਼ ਦੇਖੀਏ ਤਾਂ ਪੰਜਾਬ ਦੀ ਜਿਹੜੀ ਰੈਂਕਿੰਗ ਆ ਉਹ ਕਿੰਨਵੇਂ ਨੰਬਰ ਤੇ ਆਂਦੀ ਹੈ, 16th ਨੰਬਰ ਤੇ ਆਂਦੀ ਹੈ। ਇਹ ਵੀ ਚੀਜ਼ਾਂ ਦਾ ਤੁਸੀਂ ਧਿਆਨ ਰੱਖਣਾ। ਸਾਰੇ ਬੇਸਿਕ ਫੈਕਟਸ ਨੇ ਜੀ। ਚਲੋ ਹੁਣ ਆਪਾਂ ਅੱਗੇ ਚੱਲਦੇ ਹਾਂ। ਪੰਜਾਬੀ ਲੈਂਗੁਏਜ, ਹੁਣ ਆਪਾਂ ਪੰਜਾਬੀ ਲੈਂਗੁਏਜ ਦੇ ਉੱਪਰ ਗੱਲ ਆਉਂਦੀ ਹੈ ਜੀ ਆਪਣੀ। ਪੰਜਾਬੀ ਲੈਂਗੁਏਜ ਆਫ ਪੰਜਾਬ ਬਿਕੇਮ ਓਫੀਸ਼ੀਅਲ, ਠੀਕ ਹੈ, ਲੈਂਗੁਏਜ ਆਫ ਸਟੇਟ ਔਨ 13 ਅਪ੍ਰੈਲ 1968। ਤਾਂ ਸਿੱਧੀ ਜੀ ਗੱਲ ਹੈ ਜੀ, ਪੰਜਾਬੀ ਹੈ ਜਿਹੜੀ ਕਦੋਂ ਓਫੀਸ਼ੀਅਲ ਲੈਂਗੁਏਜ ਜਿਹੜੀ ਡਿਕਲੇਅਰ ਹੋਈ ਸੀਗੀ, 1968 ਦੇ ਵਿੱਚ ਹੋਈ ਸੀਗੀ। ਕਿਹੜੇ ਐਕਟ ਦੇ ਥਰੂ ਹੋਈ ਸੀਗੀ, ਪੰਜਾਬ ਓਫੀਸ਼ੀਅਲ ਲੈਂਗੁਏਜ ਐਕਟ 1967। ਤਾਂ ਹੁਣ ਦੇਖੋ ਜਦੋਂ ਲੈਂਗੁਏਜ ਦੀ ਗੱਲ ਆਉਂਦੀ ਹੈ ਤਾਂ ਅਲੱਗ-ਅਲੱਗ ਏਰੀਆ ਦੀ, ਜਿੱਦਾਂ ਆਪਾਂ ਦੇਖਿਆ ਸੀਗੇ ਕਿ ਇੱਕ ਮਾਝਾ, ਇੱਕ ਮਾਲਵਾ, ਇੱਕ ਦੁਆਬਾ ਹੈ, ਤਾਂ ਅਲੱਗ-ਅਲੱਗ ਏਰੀਏ ਦੀ ਅਲੱਗ-ਅਲੱਗ ਬੋਲੀ ਹੈ, ਠੀਕ ਹੈ। ਤਾਂ ਮਾਝੇ ਵਾਲੇ ਏਰੀਏ ਦੇ ਵਿੱਚ ਕਿਹੜੀ ਜਿਹੜੀ ਲੈਂਗੁਏਜ ਬੋਲੀ ਜਾਂਦੀ ਹੈ ਜੀ, ਉਹ ਮਾਝੀ ਬੋਲੀ ਜਾਂਦੀ ਹੈ। ਮਾਲਵੇ ਦੇ ਵਿੱਚ ਕਿਹੜੀ ਹੈ ਜੀ, ਮਲਵਈ ਬੋਲੀ ਜਾਂਦੀ ਆ। ਦੁਆਬੇ ਦੇ ਵਿੱਚ ਦੁਆਬੀ ਬੋਲੀ ਜਾਂਦੀ ਆ। ਔਰ ਇੱਕ ਹੈ ਜੀ ਪੁਆਧੀ। ਪੁਆਧੀ ਆਪਾਂ ਡਿਸਕਸ ਕਰਾਂਗੇ ਕਿੱਥੇ ਕਿੱਥੇ ਬੋਲੀ ਜਾਂਦੀ ਆ।
ਤਾਂ ਆਪਾਂ ਸਭ ਤੋਂ ਪਹਿਲਾਂ ਥੋੜਾ ਮਾਝੀ ਬਾਰੇ ਵੀ ਡਿਸਕਸ ਕਰ ਲੈਂਦੇ ਹਾਂ। ਮਾਝੇ ਏਰੀਆ ਦੇ ਵਿੱਚ ਬੋਲੀ ਜਾਂਦੀ ਆਪਾਂ ਆਲਰੇਡੀ ਡਿਸਕਸ ਕਰ ਲਿਆ, ਔਰ ਇਹਨੂੰ ਇੱਕ ਅਨਦਰ ਨੇਮ ਨਾਲ ਵੀ ਜਾਣਿਆ ਜਾਂਦਾ ਜਿਹਨੂੰ ਆਪਾਂ ਬੋਲਿਆ ਜਾਂਦਾ ਟਕਸਾਲੀ ਬੋਲੀ। ਤਾਂ ਡਾਇਰੈਕਟ ਪੁੱਛ ਲੈਂਦੇ ਨੇ ਕਿ ਟਕਸਾਲੀ ਬੋਲੀ ਕਿਹੜੀ ਲੈਂਗੁਏਜ ਨੂੰ ਕਿਹਾ ਜਾਂਦਾ, ਮਾਝੀ ਨੂੰ ਕਿਹਾ ਜਾਂਦਾ, ਮਲਵਈ ਨੂੰ ਕਿਹਾ ਜਾਂਦਾ, ਦੁਆਬੀ ਨੂੰ ਕਿਹਾ ਜਾਂਦਾ ਜਾਂ ਪੁਆਧੀ ਨੂੰ ਕਿਹਾ ਜਾਂਦਾ। ਤਾਂ ਟਕਸਾਲੀ ਬੋਲੀ ਅਨਦਰ ਨੇਮ ਹੈ ਮਾਝੀ ਦਾ। ਐਦਾਂ ਹੀ ਮਾਲਵਾ ਵਾਲਾ ਏਰੀਆ ਦੇ ਵਿੱਚ ਮਲਵਈ ਬੋਲੀ ਜਾਂਦੀ ਹੈ। ਦੁਆਬਾ ਆਪਾਂ ਨੇ ਦੇਖ ਹੀ ਲਿਆ ਕਿ ਉਹ ਏਰੀਆ ਜਿਹੜਾ ਕਿ ਦੋ ਰਿਵਰਸ ਦੇ ਵਿੱਚ ਲਾਈ ਕਰਦਾ, ਬਿਆਸ ਔਰ ਸਤਲੁਜ ਆਪਾਂ ਨੇ ਉੱਪਰ ਡਿਸਕਸ ਕਰ ਲਿਆ ਮੈਪ ਦੇ ਵਿੱਚ ਕਿ ਦੁਆਬੇ ਦੇ ਵਿੱਚ ਕਿਹੜੇ ਕਿਹੜੇ ਏਰੀਆ ਪੈਂਦੇ ਨੇ, ਉਹਨਾਂ ਏਰੀਆ ਦੇ ਵਿੱਚ ਕੀ ਬੋਲੀ ਜਾਂਦੀ ਹੈ ਜੀ, ਦੁਆਬੀ ਬੋਲੀ ਜਾਂਦੀ ਹੈ। ਹੁਣ ਆਪਾਂ ਪੁਆਧੀ ਦੀ ਗੱਲ ਕਰਦੇ ਹਾਂ। ਦੇਖੋ ਪੁਆਧੀ ਕਿੱਥੇ ਕਿੱਥੇ ਬੋਲੀ ਜਾਂਦੀ ਹੈ, ਪੰਜਾਬ ਦੇ ਸਾਊਥ ਦੇ ਵਿੱਚ, ਸਾਊਥ ਈਸਟ ਦੇ ਵਿੱਚ ਔਰ ਈਸਟਰਨ ਪੰਜਾਬ ਦੇ ਵਿੱਚ। ਤਾਂ ਦੇਖੋ ਜੀ, ਜਿਵੇਂ ਪਟਿਆਲਾ ਦਾ ਸਾਊਥ ਵਾਲਾ ਪਾਰਟ ਹੋ ਗਿਆ, ਰਾਜਪੁਰਾ ਹੋ ਗਿਆ, ਠੀਕ ਹੈ, ਇੱਦਾਂ ਦੇ ਏਰੀਆ ਹੋ ਗਏ, ਇਹਨਾਂ ਦੇ ਵਿੱਚ ਕੀ ਬੋਲੀ ਜਾਂਦੀ ਆ, ਪੁਆਧੀ ਬੋਲੀ ਜਾਂਦੀ ਹੈ। ਤਾਂ ਪੁਆਧੀ ਦਾ ਥੋੜਾ ਐਕਸੈਪਸ਼ਨਲ ਕੇਸ ਹੈ, ਤਾਂ ਇਹਦੇ ਬਾਰੇ ਕਈ ਵਾਰ ਏਰੀਆਜ਼ ਪੁੱਛ ਲੈਂਦੇ ਨੇ ਕਿ ਕਿਹੜੇ ਕਿਹੜੀ ਏਰੀਆਜ਼ ਦੇ ਵਿੱਚ ਇਹ ਬੋਲੀ ਜਾਂਦੀ ਆ, ਤਾਂ ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ। ਹੁਣ ਅੱਗੇ ਹੈਗਾ ਜੀ ਆਪਣੇ ਪਾਸ ਆਪਣੇ ਜਿਹੜੇ ਲਿਟਰੇਰੀ ਅਵਾਰਡਸ ਨੇ। ਪਹਿਲਾ ਹੈਗਾ ਗਿਆਨਪੀਠ ਅਵਾਰਡ। ਤਾਂ ਜਿਹੜਾ ਗਿਆਨਪੀਠ ਅਵਾਰਡ ਹੈ ਉਹ ਜਿਹੜੀਆਂ ਪੰਜਾਬੀ ਪਰਸਨੈਲਿਟੀਜ਼ ਨੇ ਉਹ ਕਿਹਨਾਂ ਕਿਹਨਾਂ ਨੂੰ ਮਿਲਿਆ ਹੋਇਆ ਆਪਾਂ ਨੂੰ ਪਤਾ ਹੋਣਾ ਚਾਹੀਦਾ, ਇਹਦੇ ਉੱਪਰ ਵੀ ਕੁਐਸਚਨ ਆਉਂਦਾ ਹੁੰਦਾ। ਤਾਂ ਦੇਖੋ ਜੀ, ਆਪਣਾ ਜਿਹੜਾ ਗਿਆਨਪੀਠ ਅਵਾਰਡ ਹੈ ਇਹ ਇੱਕ ਤਾਂ ਅੰਮ੍ਰਿਤਾ ਪ੍ਰੀਤਮ ਨੂੰ ਮਿਲਿਆ ਹੋਇਆ ਹੈ 1981 ਦੇ ਵਿੱਚ, ਇੱਕ ਗੁਰਦਿਆਲ ਸਿੰਘ ਨੂੰ ਮਿਲਿਆ ਜੀ 1999 ਦੇ ਵਿੱਚ। ਤਾਂ ਦੋ ਪੰਜਾਬੀ ਪਰਸਨੈਲਿਟੀਜ਼ ਨੂੰ ਮਿਲਿਆ ਹੋਇਆ ਹੈ, ਠੀਕ ਹੈ। ਔਰ ਇਹ ਸਭ ਤੋਂ ਪਹਿਲਾਂ ਜਿਹੜਾ ਐਦਾਂ ਵੀ ਪੁੱਛ ਲਿਆ ਜਾਂਦਾ ਕਿ ਫਸਟ ਜਿਹੜਾ ਗਿਆਨਪੀਠ ਅਵਾਰਡ ਆ ਕਿਹਨੂੰ ਮਿਲਿਆ ਸੀਗਾ, ਜੀ ਸੰਕਾਰਾ ਨੂੰ ਮਿਲਿਆ ਸੀਗਾ, ਔਰ ਮਲਿਆਲਮ ਕੀ ਸੀਗੇ, ਇਹ ਰਾਈਟਰ ਸੀਗੇ, ਇਹ ਵੀ ਧਿਆਨ ਦੇ ਵਿੱਚ ਰੱਖਣਾ ਹੈ। ਉਸ ਤੋਂ ਬਾਅਦ ਨੈਕਸਟ ਹੈਗਾ ਜੀ ਆਪਣੇ ਪਾਸ ਸਾਹਿਤਯ ਅਕੈਡਮੀ ਅਵਾਰਡ। ਹੁਣ ਦੇਖੋ ਸਾਹਿਤਯ ਅਕੈਡਮੀ ਅਵਾਰਡ ਦੇ ਵਿੱਚ ਕੀ ਹੈ, ਇਹ ਕਿਹਨਾਂ ਨੂੰ ਮਿਲਿਆ, ਇਹ ਦੇਖੋ 1955 ਦੇ ਵਿੱਚ ਇੰਟਰੋਡਿਊਸ ਹੋਇਆ ਸੀਗਾ। ਇਹ ਸੈਕਿੰਡ ਹਾਈਐਸਟ ਲਿਟਰੇਰੀ ਅਵਾਰਡ ਹੈ, ਜੋ ਆਪਾਂ ਨੇ ਉੱਪਰ ਪੜ੍ਹਿਆ ਸੀਗਾ ਜੀ ਗਿਆਨਪੀਠ ਸਭ ਤੋਂ ਹਾਈਐਸਟ ਲਿਟਰੇਰੀ ਅਵਾਰਡ ਹੈ ਜੀ ਕੰਟਰੀ ਦਾ ਲਿਟਰੇਚਰ ਦੇ ਵਿੱਚ। ਤੇ ਸਾਹਿਤਯ ਅਕੈਡਮੀ ਅਵਾਰਡ ਕੀ ਹੈ ਜੀ ਆਪਣੇ ਪਾਸ, ਸੈਕਿੰਡ ਹਾਈਐਸਟ ਹੈ। ਤਾਂ ਇਹ ਕਿਹੜੀਆਂ ਕਿਹੜੀਆਂ ਆਪਣੀਆਂ ਪੰਜਾਬੀ ਪਰਸਨੈਲਿਟੀਜ਼ ਨੂੰ ਮਿਲਿਆ ਹੋਇਆ, ਇਹਦੇ ਵਿੱਚੋਂ ਸਮਟਾਈਮਸ ਕੁਐਸਚਨ ਆ ਜਾਂਦੇ ਹੁੰਦੇ ਨੇ। ਤਾਂ ਦੇਖੋ ਜੀ, ਆਪਾਂ ਕੁਝ ਮੇਨ ਇਹਦੇ ਵਿੱਚੋਂ ਡਿਸਕਸ ਕਰਾਂਗੇ। ਇੱਕ ਤਾਂ ਸੁਨਹਿਰੇ ਲਈ ਮਿਲਿਆ ਜੀ ਅੰਮ੍ਰਿਤਾ ਪ੍ਰੀਤਮ ਨੂੰ, ਇਹ ਵੀ ਧਿਆਨ ਦੇ ਵਿੱਚ ਰੱਖਣਾ। ਸੁਰਜੀਤ ਪਾਤਰ ਨੂੰ ਮਿਲਿਆ ਜੀ, ਡਾਇਰੈਕਟ ਪੁੱਛ ਲੈਂਦੇ ਨੇ, ਹਨੇਰੇ ਵਿੱਚ ਸੁਲਗਦੀ ਵਰਨਮਾਲਾ। ਔਰ ਇਸ ਤੋਂ ਬਿਨਾਂ ਮਨਜੀਤ ਟਿਵਾਣਾ ਨੂੰ ਮਿਲਿਆ ਉਨਿੰਦਾ ਵਤਮਾਨ, ਠੀਕ ਹੈ ਜੀ। ਨਾਨਕ ਸਿੰਘ ਇੰਪੋਰਟੈਂਟ ਹੈ ਜੀ, ਮਨਜੀਤ ਟਿਵਾਣਾ ਬੇਸ਼ੱਕ ਤੁਸੀਂ ਇਗਨੋਰ ਕਰ ਸਕਦੇ ਹੋ। ਇੱਕ ਮਿਆਨ ਦੋ ਤਲਵਾਰਾਂ, ਠੀਕ ਹੈ ਜੀ। ਤਾਂ ਇਹ ਸਾਰੇ ਭਾਈ ਵੀਰ ਸਿੰਘ ਜੀ, ਇਹ ਸਭ ਤੋਂ ਇੰਪੋਰਟੈਂਟ ਜੀ ਚੀਜ਼। ਫਸਟ ਸਾਹਿਤਯ ਅਕੈਡਮੀ ਅਵਾਰਡ ਇਨ ਪੰਜਾਬੀ ਲੈਂਗੁਏਜ ਦੇ ਵਿੱਚ, ਜਿਹੜਾ ਸਾਹਿਤਯ ਅਕੈਡਮੀ ਅਵਾਰਡ ਸੀਗਾ ਸਭ ਤੋਂ ਪਹਿਲਾਂ ਕਿਹਨੂੰ ਮਿਲਿਆ ਸੀਗਾ, ਭਾਈ ਵੀਰ ਸਿੰਘ ਜੀ ਨੂੰ ਮਿਲਿਆ ਸੀਗਾ 1955 ਦੇ ਵਿੱਚ ਮਿਲਿਆ ਸੀ। ਕਿਹਦੇ ਲਈ ਮਿਲਿਆ ਸੀ, ਮੇਰੇ ਸਾਈਆਂ ਜੀਓ, ਇਹਦੇ ਲਈ ਮਿਲਿਆ ਸੀ। ਤਾਂ ਇਹ ਵੀ ਸਾਰੇ ਫੈਕਟਸ ਵੀ ਤੁਸੀਂ ਕੀ ਰੱਖਣੇ ਨੇ, ਧਿਆਨ ਦੇ ਵਿੱਚ ਰੱਖਣੇ ਨੇ, ਇਹਦੇ ਵਿੱਚੋਂ ਪੇਪਰ ਦੇ ਵਿੱਚ ਕੁਐਸਚਨ ਆ ਜਾਂਦਾ ਹੈ। ਨੈਕਸਟ ਚੱਲਦੇ ਹਾਂ ਜੀ ਆਪਾਂ। ਹੁਣ ਆਪਾਂ ਨੇ ਦੋ ਲਿਟਰੇਰੀ ਅਵਾਰਡਸ ਪੜ੍ਹੇ ਹੈ, ਤੇ ਇਸ ਤੋਂ ਬਿਨਾਂ ਆਪਾਂ ਨੇ ਸਰਸਵਤੀ ਸਨਮਾਨ ਵੀ ਪੜ੍ਹਨਾ ਜੀ। ਤਾਂ ਸਰਸਵਤੀ ਸਨਮਾਨ ਕਾਹਦੇ ਲਈ ਹੁੰਦਾ, ਠੀਕ ਹੈ, ਪੋਇਟਰੀ ਦੇ ਲਈ ਹੁੰਦਾ ਹੈ। ਕਿਸੇ ਵੀ ਇੰਡੀਅਨ ਲੈਂਗੁਏਜ ਦੇ ਵਿੱਚ ਜਿਹੜੀਆਂ ਕਿ ਆਪਣੀ 8th ਸ਼ੈਡਿਊਲ ਦੇ ਵਿੱਚ ਆਪਣੇ ਕਨਸਟੀਟਿਊਸ਼ਨ ਦੇ ਵਿੱਚ ਮੈਂਸ਼ਨ ਨੇ। ਔਰ ਟੋਟਲ ਜਿਹੜਾ ਪ੍ਰਾਈਸ ਹੁੰਦਾ ਇਹਦੇ ਲਈ 10 ਲੱਖ ਹੁੰਦਾ, ਇਹ ਵੀ ਧਿਆਨ ਦੇ ਵਿੱਚ ਰੱਖਿਓ, ਠੀਕ ਹੈ। ਤਾਂ ਹੁਣ ਦੇਖੋ, ਆਪਣੀ ਜਿਹੜੀ ਇਹ ਤਿੰਨ ਪੰਜਾਬੀ ਪਰਸਨੈਲਿਟੀਜ਼ ਨੂੰ ਜਿਹੜੇ ਰਾਈਟਰਸ ਨੇ ਆਪਣੇ ਪੰਜਾਬੀ ਰਾਈਟਰਸ, ਉਹਨਾਂ ਨੂੰ ਕੀ ਮਿਲਿਆ ਹੋਇਆ ਜੀ, ਸਰਸਵਤੀ ਸਨਮਾਨ ਮਿਲਿਆ ਹੋਇਆ। ਉਹਨਾਂ ਦੇ ਤੁਸੀਂ ਨਾਮ ਵੀ ਯਾਦ ਰੱਖਣੇ ਨੇ, ਤੇ ਉਹਨਾਂ ਨੂੰ ਕਿਹੜੀ ਉਹਦੇ ਲਈ ਮਿਲਿਆ ਹੋਇਆ ਉਹ ਵੀ ਤੁਸੀਂ ਯਾਦ ਰੱਖਣੀ ਹੈ, ਠੀਕ ਹੈ। ਕਿਹੜੀ ਮਤਲਬ ਪੋਇਟਰੀ ਹੈ ਉਹਨਾਂ ਦੀ, ਉਹਦੇ ਲਈ ਵੀ ਤੁਸੀਂ ਉਹਨਾਂ ਦਾ ਵੀ ਨਾਮ ਯਾਦ ਰੱਖਣਾ। ਤਾਂ ਦੇਖੋ ਜੀ, ਹਰਭਜਨ ਸਿੰਘ ਨੂੰ ਮਿਲਿਆ ਸੀਗਾ ਸਭ ਤੋਂ ਪਹਿਲਾਂ ਰੁੱਖ ਤੇ ਰਿਸ਼ੀ, ਇਹ ਡਾਇਰੈਕਟ ਪੇਪਰ 'ਚ ਪੁੱਛਦੇ ਨੇ। ਦਲੀਪ ਕੌਰ ਟਿਵਾਣਾ ਕਥਾ ਕਹੋ ਉਰਵਸ਼ੀ। ਸੁਰਜੀਤ ਪਾਤਰ ਨੂੰ ਮਿਲਿਆ ਸੀਗਾ ਜੀ ਲਫ਼ਜ਼ਾਂ ਦੀ ਦਰਗਾਹ। ਇਹ ਤਿੰਨਾਂ ਨੂੰ ਕੀ ਮਿਲਿਆ, ਸਰਸਵਤੀ ਸਨਮਾਨ ਮਿਲਿਆ। ਇਹਨਾਂ ਦੇ ਨਾਲ ਨਾਲ ਇਹਨਾਂ ਦੀਆਂ ਜੋ ਵੀ ਇਹੀ ਨੇ ਜੀ ਨਾਮ ਨੇ, ਤੁਸੀਂ ਧਿਆਨ ਦੇ ਵਿੱਚ ਰੱਖਣੇ ਕਿ ਕਿਹਨੂੰ ਕਿਹਦੇ ਲਈ ਮਿਲਿਆ। ਐਦਾਂ ਸਮਟਾਈਮਸ ਮੈਚ ਵੀ ਆ ਜਾਂਦੇ ਹੁੰਦੇ ਆ ਪੇਪਰ ਦੇ ਵਿੱਚ। ਤਾਂ ਨੈਕਸਟ ਹੈਗਾ ਜੀ ਆਪਣਾ, ਅੱਗੇ ਚੱਲਦੇ ਹਾਂ ਆਪਾਂ, ਮਿਊਜ਼ੀਕਲ ਇੰਸਟਰੂਮੈਂਟਸ। ਦੇਖੋ ਹੁਣ ਅੱਗੇ ਕੀ ਹੈ ਜੀ, ਮਿਊਜ਼ੀਕਲ ਇੰਸਟਰੂਮੈਂਟਸ ਦੇ ਉੱਪਰ ਵੀ ਡਾਇਰੈਕਟ ਕੁਐਸਚਨ ਆ ਜਾਂਦਾ ਹੁੰਦਾ। ਮਿਊਜ਼ੀਕਲ ਇੰਸਟਰੂਮੈਂਟ ਦੇ ਵਿੱਚੋਂ ਤੁਹਾਨੂੰ ਇੱਕ ਚਾਰ ਦੇ ਦੇਣਗੇ, ਇੱਕ ਪੁੱਛ ਲੈਣਗੇ ਕਿ ਇਹ 'ਚੋਂ ਕਿਹੜਾ ਡਿਫਰੈਂਟ ਹੈ। ਤਾਂ ਦੇਖੋ ਜੀ, ਢੱਡ ਹੋ ਗਿਆ, ਤੁੰਬੀ ਹੋ ਗਿਆ, ਚਿਮਟਾ ਹੋ ਗਿਆ, ਡਫਲੀ ਹੋ ਗਿਆ, ਸਾਰੰਗੀ ਹੋ ਗਿਆ। ਇਹ ਤਾਂ ਸਾਰੇ ਸਿੰਪਲ ਨੇ, ਠੀਕ ਹੈ। ਅਗਰ ਤੁਸੀਂ ਪੰਜਾਬ ਤੋਂ ਬਿਲੋਂਗ ਕਰਦੇ ਹੋ ਤਾਂ ਇਹਨਾਂ ਬਾਰੇ ਤਾਂ ਤੁਹਾਨੂੰ ਸਭ ਨੂੰ ਪਤਾ ਹੋਏਗਾ। ਇੱਕ ਜੀ ਹੈਗਾ ਬੁਗਚੂ, ਠੀਕ ਹੈ, ਇਹ ਥੋੜਾ ਡਿਫਰੈਂਟ ਨੇਮ ਹੈ, ਇਹਦੇ ਵਿੱਚ ਕਨਫਿਊਜ਼ ਕਰ ਸਕਦੇ ਨੇ। ਇੱਕ ਅਲਗੋਜ਼ਾ, ਤੌਸ, ਰਬਾਬ, ਠੀਕ ਹੈ ਜੀ, ਸਿਤਾਰ, ਕਾਟੋ। ਇਹ ਕੁਝ ਇੰਪੋਰਟੈਂਟ ਮਿਊਜ਼ੀਕਲ ਇੰਸਟਰੂਮੈਂਟਸ ਨੇ ਜਿਨ੍ਹਾਂ ਦੇ ਉੱਪਰ ਮੈਂ ਸਰਕਲ ਲਾਏ ਨੇ। ਉਹ ਥੋੜੇ ਜਿਹੇ ਨੇਮ ਡਿਫਰੈਂਟ ਨੇ, ਉਹਨਾਂ ਦੇ ਵਿੱਚ ਕੀ ਕਰ ਸਕਦੇ ਨੇ, ਉਹ ਕਨਫਿਊਜ਼ ਕਰ ਸਕਦੇ ਨੇ। ਤਾਂ ਇਹ ਚੀਜ਼ ਦਾ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ, ਠੀਕ ਹੈ, ਕਿ ਕਿਹੜਾ ਇੰਸਟਰੂਮੈਂਟ ਹੈ, ਕਿਉਂਕਿ ਉਹ ਸਮਟਾਈਮ ਤੁਹਾਨੂੰ ਔਰਨਾਮੈਂਟਸ ਔਰ ਇੰਸਟਰੂਮੈਂਟਸ ਦੇ ਵਿੱਚ ਕਨਫਿਊਜ਼ ਕਰ ਦੇਣਗੇ।
ठीक है, कि ਇਹਦੇ ਵਿੱਚੋਂ ਕਿਹੜਾ ornament ਹੈ ਜਾਂ ਕਹਿਣਗੇ ਇਹਦੇ ਵਿੱਚੋਂ ਕਿਹੜਾ ਇੰਸਟਰੂਮੈਂਟ ਹੈ ਜਾਂ ਕਿਹੜਾ ਡਾਂਸ ਹੈ, ਐਦਾਂ ਕਰਕੇ ਉਹ ਮਿਕਸ ਕਰਕੇ ਕੁਐਸਚਨ ਬਣਾ ਦਿੰਦੇ ਨੇ, ਉਹਦੇ ਵਿੱਚੋਂ ਇੱਕ ਚੀਜ਼ ਪੁੱਛ ਲੈਂਦੇ ਨੇ ਜਿਹੜੀ ਕਿ ਮਤਲਬ ਕਨਫਿਊਜ਼ ਕਰਕੇ, ਠੀਕ ਹੈ ਜੀ। ਤਾਂ ਇਹਨਾਂ ਨੂੰ ਵੀ ਆਪਾਂ ਨੇ ਧਿਆਨ ਦੇ ਵਿੱਚ ਰੱਖਣਾ ਹੈ। ਅੱਗੇ ਆਪਣੇ ਪਾਸ ਹੈਗੇ ਆ ਜੀ ਕੁਝ ਇੰਪੋਰਟੈਂਟ ਟੈਂਪਲਸ ਨੇ, ਇਹ ਫੇਮਸ ਟੈਂਪਲਸ ਨੇ ਪੰਜਾਬ ਦੇ ਵਿੱਚ, ਤਾਂ ਇਹਨਾਂ ਨੂੰ ਵੀ ਆਪਾਂ ਦੇਖ ਲੈਂਦੇ ਹਾਂ ਜੀ। ਜਿਹੜੇ ਫੇਮਸ ਟੈਂਪਲਸ ਨੇ ਸਮਟਾਈਮਸ ਇਹਦੇ ਵਿੱਚੋਂ ਵੀ ਕੁਐਸਚਨ ਆ ਜਾਂਦਾ ਹੁੰਦਾ। ਤਾਂ ਚੰਡੀ ਮੰਦਿਰ ਆਪਾਂ ਨੂੰ ਪਤਾ ਹੈ ਜੀ, ਚੰਡੀ ਮੰਦਿਰ ਦੇ ਨੇਮ ਤੋਂ ਹੀ ਇਹਦਾ ਨਾਮ ਹੈ ਜਿਹੜਾ ਚੰਡੀਗੜ੍ਹ ਰੱਖਿਆ ਗਿਆ ਹੈ। ਰਾਮ ਤੀਰਥ ਅੰਮ੍ਰਿਤਸਰ ਸਭ ਨੂੰ ਪਤਾ ਹੈ, ਦੁਰਗਿਆਨਾ ਮੰਦਿਰ ਵੀ ਅੰਮ੍ਰਿਤਸਰ ਹੈ। ਸ਼ਿਵ ਮੰਦਿਰ ਜਲੰਧਰ ਹੋ ਗਿਆ। ਸੋਡਲ ਮੰਦਿਰ, ਠੀਕ ਹੈ, ਤੇ ਜਿਵੇਂ ਸੋਡਲ ਮੰਦਿਰ ਹੈ ਇਹ ਪੁੱਛ ਲੈਂਦੇ ਨੇ, ਤਾਂ ਕਿੱਥੇ ਹੈ ਜੀ, ਜਲੰਧਰ ਦੇ ਵਿੱਚ ਹੈ। ਤੇ ਕਾਲੀ ਮਾਤਾ ਮੰਦਿਰ ਪਟਿਆਲਾ ਦੇ ਵਿੱਚ ਹੈ। ਤਾਂ ਸੂਰਜ ਕੁੰਡ ਸੁਨਾਮ ਦੇ ਵਿੱਚ। ਇੱਕ ਵਾਰ ਇਹਨਾਂ ਦੇ ਗੋ ਥਰੂ ਹੋ ਲਿਓ, ਕਿਉਂਕਿ ਸਮਟਾਈਮਸ ਇਹਦੇ ਵਿੱਚੋਂ ਵੀ ਕੁਐਸਚਨ ਹੈ ਜਿਹੜਾ ਬਣ ਸਕਦਾ ਹੈ। ਅੱਗੇ ਦੇਖਦੇ ਹਾਂ ਜੀ ਆਪਣੀ ਕੀ ਹੈ ਜੀ, ਅੱਗੇ ਆਪਣਾ ਅੱਗੇ ਗੱਲ ਕੀਤੀ ਹੋਈ ਹੈ ਜੀ ਫੋਰਟਸ, ਪੈਲੇਸ ਜਾਂ ਮਿਊਜ਼ੀਅਮ ਦੀ। ਇਹਦੇ ਵਿੱਚੋਂ ਦੇਖੋ ਇੱਕ ਫੈਕਟਸ ਹੈ ਹਮੇਸ਼ਾ ਪੁੱਛ ਹੀ ਲੈਂਦੇ ਆ ਪੇਪਰ ਦੇ ਵਿੱਚ, ਕਿ ਕਿਹੜਾ ਫੋਰਟ ਕਿੱਥੇ ਪਾਇਆ ਜਾਂਦਾ ਹੈ, ਕਿਹੜਾ ਪੈਲੇਸ ਕਿੱਥੇ ਹੈ, ਕਿਹੜਾ ਮਿਊਜ਼ੀਅਮ ਕਿੱਥੇ ਹੈ। ਤਾਂ ਪੰਜਾਬ ਦੇ ਵਿੱਚ ਕਿਹੜੇ ਕਿਹੜੇ ਫੋਰਟਸ ਨੇ ਇੰਪੋਰਟੈਂਟ, ਕਿਹੜੇ ਕਿਹੜੇ ਪੈਲੇਸ ਨੇ, ਕਿਹੜੇ ਕਿਹੜੇ ਮਿਊਜ਼ੀਅਮਸ ਨੇ, ਉਹਨਾਂ ਬਾਰੇ ਵੀ ਆਪਾਂ ਥੋੜੀ ਜਿਹੀ ਚਰਚਾ ਕਰਾਂਗੇ। ਤਾਂ ਦੇਖੋ ਸਮਝਾਉਣ ਵਾਲਾ ਇਹਦੇ ਵਿੱਚ ਕੁਝ ਨਹੀਂ, ਆਪਾਂ ਕੁਇਕਲੀ ਸਾਰੇ ਰਿਵਾਈਜ਼ ਕਰਕੇ ਨਿਕਲਾਂਗੇ ਜੀ ਇਹਨਾਂ ਨੂੰ। ਤਾਂ ਸਭ ਤੋਂ ਪਹਿਲਾਂ ਗੋਬਿੰਦਗੜ੍ਹ ਫੋਰਟ ਅੰਮ੍ਰਿਤਸਰ ਦੇ ਵਿੱਚ ਹੈ ਜੀ। ਬਠਿੰਡਾ ਫੋਰਟ ਯਾਦ ਰੱਖਣ ਦੀ ਆਪਾਂ ਨੂੰ ਜ਼ਰੂਰਤ ਨਹੀਂ, ਕਿਉਂਕਿ ਬਠਿੰਡਾ ਫੋਰਟ ਬਠਿੰਡਾ ਦੇ ਵਿੱਚ ਹੀ ਹੋਏਗਾ, ਠੀਕ ਹੈ ਜੀ। ਕਿਲ੍ਹਾ ਮੁਬਾਰਕ ਦੇਖੋ ਹੁਣ ਇੱਥੇ ਥੋੜੀ ਸਮਝਣ ਵਾਲੀ ਗੱਲ ਹੈ, ਕਿਉਂਕਿ ਕਿਲ੍ਹਾ ਮੁਬਾਰਕ ਦੋ ਨੇ, ਇੱਕ ਫਰੀਦਕੋਟ ਦੇ ਵਿੱਚ ਹੈ, ਇੱਕ ਪਟਿਆਲਾ ਦੇ ਵਿੱਚ ਹੈ। ਤਾਂ ਇਹ ਵੀ ਆਪਾਂ ਨੂੰ ਯਾਦ ਰੱਖਣ ਦੀ ਜ਼ਰੂਰਤ ਨਹੀਂ, ਨਾ ਹੀ ਆਪਾਂ ਨੂੰ ਬਠਿੰਡਾ ਫੋਰਟ ਯਾਦ ਰੱਖਣ ਦੀ ਜ਼ਰੂਰਤ ਹੈ, ਠੀਕ ਹੈ। ਅਨੰਦਪੁਰ ਸਾਹਿਬ ਫੋਰਟ ਓਬਵੀਅਸਲੀ ਰੂਪਨਗਰ ਡਿਸਟ੍ਰਿਕਟ ਦੇ ਵਿੱਚ ਪਏਗਾ। ਸਮਰ ਪੈਲੇਸ ਆਫ ਮਹਾਰਾਜਾ ਰਣਜੀਤ ਸਿੰਘ ਅੰਮ੍ਰਿਤਸਰ, ਠੀਕ ਹੈ। ਮੋਤੀ ਬਾਗ ਤੇ ਸ਼ੀਸ਼ ਮਹਿਲ, ਸ਼ੀਸ਼ ਮਹਿਲ ਵੀ ਆਪਾਂ ਨੂੰ ਯਾਦ ਰੱਖਣ ਦੀ ਜ਼ਰੂਰਤ ਨਹੀਂ, ਕਿਉਂਕਿ ਜਿਹੜਾ ਸ਼ੀਸ਼ ਮਹਿਲ ਹੈ ਉਹ ਕਾਫੀ ਸਾਰੇ ਡਿਸਟ੍ਰਿਕਟ ਦੇ ਵਿੱਚ ਪਾਇਆ ਜਾਂਦਾ ਹੈ। ਤਾਂ ਮਹਾਰਾਜਾ ਰਣਜੀਤ ਸਿੰਘ ਮਿਊਜ਼ੀਅਮ, ਤਾਂ ਦੇਖੋ ਇਹਨਾਂ ਦੋਨਾਂ ਦੇ ਵਿੱਚ ਕਨਫਿਊਜ਼ ਨਹੀਂ ਹੋਣਾ। ਮਹਾਰਾਜਾ ਰਣਜੀਤ ਸਿੰਘ ਜਿਹੜਾ ਮਿਊਜ਼ੀਅਮ ਹੈ ਉਹ ਕਿੱਥੇ ਹੈ ਜੀ, ਆਪਣੇ ਪਾਸ ਅੰਮ੍ਰਿਤਸਰ ਦੇ ਵਿੱਚ ਹੈ। ਸਮਰ ਪੈਲੇਸ ਆਫ ਮਹਾਰਾਜਾ ਰਣਜੀਤ ਸਿੰਘ ਵੀ ਕਿੱਥੇ ਹੈ ਜੀ, ਆਪਣੇ ਪਾਸ ਅੰਮ੍ਰਿਤਸਰ ਦੇ ਵਿੱਚ ਹੈ। ਸੰਗੋਲ ਮਿਊਜ਼ੀਅਮ ਫਤਿਹਗੜ੍ਹ ਸਾਹਿਬ, ਆਪਣੀ ਸੰਗੋਲ ਕੀ ਹੈ, ਇੱਕ ਸਾਈਟ ਵੀ ਹੈ, ਠੀਕ ਹੈ। ਇਹਨੂੰ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ। ਹੋਰ ਆਪਾਂ ਅੱਗੇ ਚੱਲਦੇ ਹਾਂ ਜੀ। ਅੱਗੇ ਕੀ ਦਿੱਤਾ ਹੋਇਆ, ਤੇ ਐਂਗਲੋ ਸਿੱਖ ਵਾਰ ਮੈਮੋਰੀਅਲ, ਹਾਂਜੀ ਐਂਗਲੋ ਜਿਹੜਾ ਸਿੱਖ ਵਾਰ ਮੈਮੋਰੀਅਲ ਹੈ ਉਹ ਆਪਣਾ ਕਿੱਥੇ ਹੈਗਾ ਜੀ, ਫਿਰੋਜ਼ਪੁਰ ਦੇ ਵਿੱਚ ਹੈ। ਸਪੋਰਟਸ ਜਿਹੜਾ ਮਿਊਜ਼ੀਅਮ ਹੈ ਪਟਿਆਲਾ ਦੇ ਵਿੱਚ ਹੈ। ਖਾਲਸਾ ਹੈਰੀਟੇਜ ਮੈਮੋਰੀਅਲ ਕੰਪਲੈਕਸ ਅਨੰਦਪੁਰ ਸਾਹਿਬ ਦੇ ਵਿੱਚ ਹੈ। ਮਹਾਰਾਜਾ ਰਣਜੀਤ ਸਿੰਘ ਵਾਰ ਮੈਮੋਰੀਅਲ ਜਾਂ ਮਿਊਜ਼ੀਅਮ ਲੁਧਿਆਣਾ ਦੇ ਵਿੱਚ ਹੈ। ਹੁਣ ਦੇਖੋ ਆਪਾਂ ਨੇ ਵੈਸੇ ਮਹਾਰਾਜਾ ਰਣਜੀਤ ਸਿੰਘ ਜਿਹੜਾ ਮਿਊਜ਼ੀਅਮ ਪੜ੍ਹਿਆ ਸੀਗਾ ਉਹ ਕਿੱਥੇ ਪੜ੍ਹਿਆ ਆਪਾਂ ਨੇ, ਅੰਮ੍ਰਿਤਸਰ ਹੈ। ਅਗਰ ਵਾਰ ਮੈਮੋਰੀਅਲ ਪੁੱਛਦੇ ਨੇ ਜਾਂ ਮਿਊਜ਼ੀਅਮ ਪੁੱਛਦੇ ਨੇ ਉਹ ਲੁਧਿਆਣਾ ਦੇ ਵਿੱਚ ਹੈ। ਤਾਂ ਐਦਾਂ ਇਹ ਜਿਹੜਾ ਰੀਸੈਂਟ ਜਿਹੜਾ ਕੁਐਸਚਨ ਸੀਗਾ ਐਕਸਾਈਜ਼ ਇੰਸਪੈਕਟਰ ਦੇ ਪੇਪਰ ਦੇ ਵਿੱਚ ਪੁੱਛਿਆ ਹੋਇਆ ਸੀ, ਦੋਨੋਂ ਲੁਧਿਆਣਾ ਵੀ ਦਿੱਤਾ ਹੋਇਆ ਸੀ ਆਪਸ਼ਨ ਦੇ ਵਿੱਚ, ਅੰਮ੍ਰਿਤਸਰ ਵੀ ਦਿੱਤਾ ਹੋਇਆ ਸੀ। ਥੋੜਾ ਜਿਹਾ ਮਤਲਬ ਕਨਫਿਊਜ਼ ਕੀਤਾ ਹੋਇਆ ਸੀਗਾ, ਤਾਂ ਇਸ ਲਈ ਤੁਸੀਂ ਇਹਨਾਂ ਨੂੰ ਵੀ ਧਿਆਨ ਦੇ ਨਾਲ ਪੜ੍ਹਨਾ ਹੈ ਕਿ ਕਿਹੜਾ ਕਿੱਥੇ ਪਾਇਆ ਜਾਂਦਾ ਹੈ, ਠੀਕ ਹੈ। ਚਲੋ ਅੱਗੇ ਹੈਗੀਆਂ ਜੀ ਆਪਣੇ ਪਾਸ ਆਪਣੀਆਂ ਜਿਹੜੀਆਂ ਕੁਝ ਪੁਰਾਤਨ ਸਾਈਟਸ ਨੇ, ਤਾਂ ਇਹਨਾਂ ਬਾਰੇ ਵੀ ਆਪਾਂ ਚਰਚਾ ਕਰਦੇ ਹਾਂ ਜੀ। ਇਹਦੇ ਵਿੱਚੋਂ ਇੱਕ ਰੂਪਨਗਰ, ਠੀਕ ਹੈ, ਤਾਂ ਓਬਵੀਅਸਲੀ ਆਪਾਂ ਨੂੰ ਪਤਾ ਹੀ ਹੈ ਪੁੱਛੀਆਂ ਦੋ ਹੀ ਜਾਂਦੀਆਂ ਨੇ ਜੀ। ਇੱਕ ਸੰਘੋਲ ਪੁੱਛੀ ਜਾਂਦੀ ਹੈ ਕਿ ਜਿਹੜੀ ਸੰਘੋਲ ਆਪਣੇ ਪਾਸ ਜਿਹੜੀ ਆਪਣੀ ਸਾਈਟ ਹੈ ਉਹ ਕਿਹੜੇ ਡਿਸਟ੍ਰਿਕਟ ਦੇ ਵਿੱਚ ਪੈਂਦੀ ਹੈ, ਤਾਂ ਸੰਘੋਲ ਹੈ ਕਿੱਥੇ ਹੈ ਜੀ, ਆਪਣੀ ਫਤਿਹਗੜ੍ਹ ਸਾਹਿਬ ਦੇ ਵਿੱਚ ਹੈ। ਤੇ ਢੋਲਬਾਹਾ ਕਿੱਥੇ ਹੈ ਜੀ, ਹੁਸ਼ਿਆਰਪੁਰ ਦੇ ਵਿੱਚ ਹੈ। ਤਾਂ ਦੋਨੋਂ ਸਾਈਟਸ ਤੇ ਤੁਸੀਂ ਨਾਮ ਨੇ ਯਾਦ ਰੱਖਣੇ ਨੇ। ਇਹ ਦੋ ਜਿਹੜੀਆਂ ਸਾਈਟਸ ਨੇ ਪੰਜਾਬ ਦੇ ਵਿੱਚ ਪਾਈਆਂ ਜਾਂਦੀਆਂ ਨੇ, ਹੋਰ ਵੀ ਨੇ ਪਰ ਆਪਾਂ ਨੂੰ ਇਹ ਦੋ ਜ਼ਿਆਦਾ ਇੰਪੋਰਟੈਂਟ ਨੇ ਯਾਦ ਕਰਨੀਆਂ, ਕਿਉਂਕਿ ਇਹਨਾਂ ਦੇ ਦੋਨਾਂ ਦੇ ਵਿੱਚੋਂ ਹੀ ਕੁਐਸਚਨ ਆਉਂਦਾ ਹੈ। ਜਿੰਨੇ ਤੁਸੀਂ ਪ੍ਰੀਵੀਅਸ 10 ਇਅਰਸ ਦੇ ਕੁਐਸਚਨ ਪੇਪਰ ਦੇਖ ਲਓ ਤਾਂ ਇਹਨਾਂ ਦੋ ਦੇ ਉੱਪਰ ਹੀ ਕੀ ਹੈ ਕੁਐਸਚਨ ਪੁੱਛਿਆ ਗਿਆ ਹੈ। ਤਾਂ ਨੈਕਸਟ ਚੱਲਦੇ ਹਾਂ ਜੀ। ਨੈਕਸਟ ਕੀ ਹੈ ਹੁਣ ਆਪਣਾ ਅੱਗੇ ਗੱਲ ਕੀਤੀ ਗਈ ਹੈ ਜੀ ਹਾਈਡਰੋ ਥਰਮਲ ਪਾਵਰ ਪ੍ਰੋਜੈਕਟਸ ਦੀ। ਤਾਂ ਇਹਦੇ ਵਿੱਚੋਂ ਵੀ ਕੁਐਸਚਨ ਆ ਜਾਂਦਾ, ਡਾਇਰੈਕਟ ਲੋਕੇਸ਼ਨ ਪੁੱਛ ਲਈ ਜਾਂਦੀ ਹੈ, ਤਾਂ ਉਹ ਵੀ ਆਪਾਂ ਡਿਸਕਸ ਕਰਦੇ ਹਾਂ ਜੀ। ਗੁਰੂ ਨਾਨਕ ਥਰਮਲ ਪਾਵਰ ਪਲਾਂਟ ਕਿੱਥੇ ਹੈ ਜੀ, ਬਠਿੰਡਾ, ਡਾਇਰੈਕਟ ਕੁਐਸਚਨ ਪੁੱਛੇਗਾ। ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਾਵਰ ਪਲਾਂਟ ਕਿੱਥੇ ਹੈ, ਰੋਪੜ ਦੇ ਵਿੱਚ, ਠੀਕ ਹੈ ਜੀ। ਲਹਿਰਾ ਮੁਹੱਬਤ ਨੈਕਸਟ, ਰਾਜਪੁਰਾ ਤਾਂ ਆਪਾਂ ਨੂੰ ਯਾਦ ਰੱਖਣ ਦੀ ਜ਼ਰੂਰਤ ਹੀ ਨਹੀਂ ਹੈਗੀ ਜੀ, ਯਾਦ ਕਰਨ ਦੀ ਵੀ ਜ਼ਰੂਰਤ ਨਹੀਂ ਪੁੱਛੇਗਾ ਕਦੇ ਵੀ ਪੇਪਰ 'ਚ। ਗੋਇੰਦਵਾਲ ਇਹ ਯਾਦ ਰੱਖਣਾ ਜੀ, ਤਰਨਤਾਰਨ ਤੇ ਤਲਵੰਡੀ ਸਾਬੋ ਇਹ ਮਾਨਸਾ ਡਿਸਟ੍ਰਿਕਟ ਦੇ ਵਿੱਚ ਹੈ, ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ। ਨੈਕਸਟ ਹੈਗੇ ਨੇ ਜੀ ਆਪਣੇ ਹਾਈਡਲ ਪਾਵਰ ਪ੍ਰੋਜੈਕਟਸ, ਤਾਂ ਰਣਜੀਤ ਸਾਗਰ ਡੈਮ ਪੁੱਛ ਲਿਆ ਜਾਂਦਾ, ਡਾਇਰੈਕਟ ਆਉਂਦਾ ਹੁੰਦਾ ਜੀ। ਰਣਜੀਤ ਸਾਗਰ ਡੈਮ ਹੈ ਜਿਹੜਾ ਕਿੱਥੇ ਹੈ, ਤਾਂ ਪਠਾਨਕੋਟ ਦੇ ਵਿੱਚ ਹੈ। ਅਨੰਦਪੁਰ ਸਾਹਿਬ ਤਾਂ ਆਪਾਂ ਨੂੰ ਪਤਾ ਹੀ ਅਨੰਦਪੁਰ ਸਾਹਿਬ ਦੇ ਵਿੱਚ ਹੋਏਗਾ। ਇੱਕ ਮੁਕੇਰੀਅਨ ਵੀ ਪੁੱਛ ਲੈਂਦੇ ਨੇ, ਮੁਕੇਰੀਅਨ ਕਿੱਥੇ ਹੈ, ਹੁਸ਼ਿਆਰਪੁਰ ਦੇ ਵਿੱਚ ਹੈ। ਤਾਂ ਇਹਨਾਂ ਨੂੰ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ। ਨੈਕਸਟ ਹੈਗਾ ਜੀ ਟ੍ਰੀਟੀ ਆਫ ਅੰਮ੍ਰਿਤਸਰ। ਤਾਂ ਦੇਖੋ ਜੀ ਟ੍ਰੀਟੀ ਆਫ ਅੰਮ੍ਰਿਤਸਰ ਬਾਰੇ ਡਾਇਰੈਕਟ ਕੁਐਸਚਨ ਆਉਂਦਾ ਹੁੰਦਾ ਕਿ ਜਿਹੜੀ ਟ੍ਰੀਟੀ ਆਫ ਅੰਮ੍ਰਿਤਸਰ ਸੀਗੀ ਉਹ ਕਿਹੜੇ ਈਅਰ ਦੇ ਵਿੱਚ ਸਾਈਨ ਹੋਈ ਸੀ, 1809 ਦੇ ਵਿੱਚ ਸਾਈਨ ਹੋਈ ਸੀ। ਕਿਹਦੇ ਵਿਚਕਾਰ ਸਾਈਨ ਹੋਈ ਸੀ, ਬ੍ਰਿਟਿਸ਼ਰਸ ਤੇ ਮਹਾਰਾਜਾ ਰਣਜੀਤ ਸਿੰਘ ਦੇ ਵਿਚਕਾਰ ਸਾਈਨ ਹੋਈ ਸੀਗੀ। ਫਰੈਂਡਲੀ ਟ੍ਰੀਟੀ ਵੀ ਕਹਿ ਦਿੱਤਾ ਜਾਂਦਾ ਇਹਨੂੰ, ਫਰੈਂਡਸ਼ਿਪ ਦੀ ਟ੍ਰੀਟੀ ਵੀ ਕਹਿ ਦਿੱਤਾ ਜਾਂਦਾ। ਤਾਂ ਇਹਦੇ ਵਿੱਚੋਂ ਤੁਸੀਂ ਡਾਇਰੈਕਟ ਯਾਦ ਰੱਖਣਾ ਹੈ ਈਸਟ ਇੰਡੀਆ ਕੰਪਨੀ ਔਰ ਮਹਾਰਾਜਾ ਰਣਜੀਤ ਸਿੰਘ ਦੇ ਵਿੱਚ ਹੋਈ ਸੀ ਟ੍ਰੀਟੀ ਆਫ ਅੰਮ੍ਰਿਤਸਰ 1809 ਦੇ ਵਿੱਚ। ਤਾਂ ਇਸ ਤੋਂ ਬਿਨਾਂ ਹੋਰ ਇੱਕ ਟ੍ਰੀਟੀ ਹੈ ਜੀ ਜਿਹੜੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਹੋਈ ਸੀ ਜੀ ਬ੍ਰਿਟਿਸ਼ਰਸ ਦੀ, ਉਹਦੇ ਬਾਰੇ ਵੀ ਆਪਾਂ ਥੋੜੀ ਜਿਹੀ ਗੱਲ ਕਰਦੇ ਹਾਂ, ਉਹ ਵੀ ਇੰਪੋਰਟੈਂਟ ਹੈ, ਪੇਪਰ 'ਚ ਪੁੱਛ ਲਿਆ ਜਾਂਦਾ।
ਈਅਰ ਤੁਸੀਂ ਸਾਰਿਆਂ ਦੇ ਹੀ ਯਾਦ ਰੱਖਣੇ ਨੇ। ਤਾਂ ਨੈਕਸਟ ਹੈਗੀ ਆ ਜੀ ਆਪਣੇ ਪਾਸ ਟ੍ਰਾਪਾਟਾਈਟ ਟ੍ਰੀਟੀ। ਇਹ ਕਦੋਂ ਹੋਈ ਸੀ? 1838 ਦੇ ਵਿੱਚ ਸਾਈਨ ਹੋਈ ਆ। ਹੁਣ ਇਹ ਕਿਉਂਕਿ ਇਹਦੇ ਅੱਗੇ ਟਰਾਈ ਲੱਗ ਗਿਆ, ਮਤਲਬ ਇਹ 3 ਬੰਦਿਆਂ ਦੇ ਵਿੱਚ ਸਾਈਨ ਹੋਈ ਆ। ਕਿਹਦੇ ਵਿਚਕਾਰ? ਈਸਟ ਇੰਡੀਆ ਕੰਪਨੀ ਦੇ ਵਿਚਕਾਰ, ਮਹਾਰਾਜਾ ਰਣਜੀਤ ਸਿੰਘ ਦੇ ਵਿਚਕਾਰ, ਔਰ ਥਰਡ ਕੌਣ ਸੀਗਾ ਜੀ? ਸ਼ਾਹ ਸ਼ੂਜਾ। ਠੀਕ ਹੈ, ਸ਼ਾਹ ਸ਼ੂਜਾ ਤੀਸਰਾ ਬੰਦਾ ਸੀਗਾ। 1838 ਦੇ ਵਿੱਚ ਹੋਈ ਸੀ। 3 ਟਰਾਈ ਹੈ ਤਾਂ ਮਤਲਬ 3 ਬੰਦਿਆਂ ਦੇ ਵਿੱਚ ਹੋਈ ਸੀਗੀ। ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ, ਇਹਦੇ ਵਿੱਚੋਂ ਵੀ ਕੁਐਸਚਨ ਪੁੱਛ ਲਿਆ ਜਾਂਦਾ। ਔਰ ਇਸ ਤੋਂ ਬਿਨਾਂ ਹੋਰ ਕੀ ਲਿਖਿਆ ਜਿਹਦੇ ਵਿੱਚ? ਗੋਲਡਨ ਪਲੇਟਸ ਮਹਾਰਾਜਾ ਰਣਜੀਤ ਸਿੰਘ ਨੇ ਡਿਨੋਟਸ ਕੀਤੀਆਂ ਸੀਗੀਆਂ ਹਰਮੰਦਿਰ ਸਾਹਿਬ ਦੇ ਲਈ। ਤੇ ਗੋਲਡ ਜਿਹੜੀਆਂ ਪਲੇਟਸ ਸੀਗੀਆਂ ਵਿਸ਼ਵਨਾਥ ਟੈਂਪਲ ਬਨਾਰਸ ਦੇ ਵਿੱਚ, ਠੀਕ ਹੈ ਜੀ, ਕਾਂਗੜਾ ਦੇ ਵਿੱਚ, ਹਿਮਾਚਲ ਦੇ ਵਿੱਚ ਜਵਾਲਾਮੁਖ ਟੈਂਪਲ, ਇਹਨਾਂ ਸਾਰੀਆਂ ਜਿਹੜੇ ਆਪਣੇ ਸਾਹਮਣੇ ਜੋ ਲਿਖੇ ਹੋਏ ਨੇ ਜੀ ਰਿਲੀਜੀਅਸ ਪਲੇਸ, ਇੱਥੇ ਮਹਾਰਾਜਾ ਰਣਜੀਤ ਸਿੰਘ ਨੇ ਕੀ ਕੀਤੀਆਂ ਸੀਗੀਆਂ ਜੀ? ਆਪਣਾ ਕਾਫੀ ਸਾਰਾ ਜਿਹੜਾ ਗੋਲਡ ਹੈ ਉਹ ਡੋਨੇਟ ਕੀਤਾ ਸੀਗਾ। ਤੇ ਇਸ ਤੋਂ ਬਿਨਾਂ ਆਪਾਂ ਆਲਰੇਡੀ ਉੱਪਰ ਡਿਸਕਸ ਕਰ ਹੀ ਲਿਆ ਕਿ ਮਹਾਰਾਜਾ ਰਣਜੀਤ ਸਿੰਘ ਨੇ 2 ਜਿਹੜੇ ਤਖਤ ਸੀਗੇ ਉਹ ਵੀ ਬਣਵਾਏ ਸੀਗੇ, ਇੱਕ ਪਟਨਾ ਸਾਹਿਬ ਤੇ ਇੱਕ ਹਜ਼ੂਰ ਸਾਹਿਬ। ਦੋਨੋਂ ਤਖਤ ਤੁਸੀਂ ਯਾਦ ਰੱਖਣੇ ਨੇ। ਤੇ ਇਸ ਤੋਂ ਬਿਨਾਂ ਮਹਾਰਾਜਾ ਰਣਜੀਤ ਸਿੰਘ ਦੀਆਂ ਜਿਹੜੀਆਂ ਪ੍ਰੋਵਿੰਸਿਸ ਸੀਗੀਆਂ ਜਿਹੜੀਆਂ ਉਹਨਾਂ ਨੇ ਜਿੱਤੀਆਂ ਹੋਈਆਂ ਸੀ, ਜੋ ਇਹਨਾਂ ਦਾ ਏਰੀਆ ਸਪਰੈਡ ਸੀਗੀਆਂ, ਮੇਨ 4 ਪ੍ਰੋਵਿੰਸਿਸ ਸੀਗੀਆਂ। ਇਹਨਾਂ ਦੇ ਨਾਮ ਵੀ ਤੁਸੀਂ ਯਾਦ ਰੱਖਣੇ ਨੇ। 4 ਪ੍ਰੋਵਿੰਸਿਸ ਕਿਹੜੀਆਂ ਸੀ? ਲਾਹੌਰ ਸੀ, ਮੁਲਤਾਨ ਸੀ, ਕਸ਼ਮੀਰ ਸੀ ਤੇ ਪੇਸ਼ਾਵਰ ਸੀ। ਇਹ 4 ਨੇ ਮਹਾਰਾਜਾ ਰਣਜੀਤ ਸਿੰਘ ਦੀਆਂ ਪ੍ਰੋਵਿੰਸਿਸ ਨੇ। 4 ਨੰਬਰ ਵੀ ਯਾਦ ਰੱਖਣਾ, 4ਾਂ ਦੇ ਤੁਸੀਂ ਨਾਮ ਵੀ ਯਾਦ ਰੱਖਣੇ ਨੇ। ਅੱਗੇ ਚੱਲਦੇ ਹਾਂ ਜੀ ਆਪਾਂ। ਅੱਗੇ ਆਪਣੇ ਪਾਸ ਹੈਗਾ ਜੀ ਕੋਹੀਨੂਰ ਡਾਇਮੰਡ ਬਾਰੇ ਗੱਲ ਕੀਤੀ ਹੋਈ ਹੈ ਜੀ ਆਪਣੇ ਨੋਟਸ ਦੇ ਵਿੱਚ। ਤਾਂ ਦੇਖੋ ਜੀ, ਕੋਹੀਨੂਰ ਜਰਨੀ ਆਪਾਂ ਨੂੰ ਪਤਾ ਹੋਣੀ ਚਾਹੀਦੀ ਆ। ਤੇ ਪਹਿਲਾਂ ਤਾਂ ਜੀ ਜੋ ਆਪਣਾ ਕੋਹੀਨੂਰ ਡਾਇਮੰਡ ਹੈ ਉਹ ਕਿੱਥੋਂ ਨਿਕਲਿਆ ਹੈ? ਉਹ ਗੋਲਕੁੰਡਾ ਆਂਧਰਾ ਪ੍ਰਦੇਸ਼, ਗੋਲਕੁੰਡਾ ਮਾਈਨ ਆਂਧਰਾ ਪ੍ਰਦੇਸ਼ ਦੇ ਵਿੱਚ ਇਹਨੂੰ ਕੱਢਿਆ ਗਿਆ ਸੀਗਾ, ਨਿਕਾਲਿਆ ਗਿਆ ਸੀਗਾ। ਤੇ ਕੋਹੀਨੂਰ ਦੀ ਜਰਨੀ ਕਿਵੇਂ ਸੀਗੀ? ਤਾਂ ਕਿਹੜੇ ਮਤਲਬ ਕੋਹੀਨੂਰ ਕਿਹੜੇ ਹੈਂਡਸ ਦੇ ਵਿੱਚੋਂ ਨਿਕਲਿਆ ਉਹ ਵੀ ਆਪਾਂ ਨੂੰ ਪਤਾ ਹੋਣਾ ਚਾਹੀਦਾ। ਤਾਂ ਦੇਖੋ ਜੀ, ਸਭ ਤੋਂ ਪਹਿਲਾਂ ਮੁਹੰਮਦ ਸ਼ਾਹ ਹੈ। ਮੁਹੰਮਦ ਸ਼ਾਹ ਦੇ ਵੰਸ਼ ਦੇ ਵਿੱਚ ਹੀ ਨਾਦਰ ਸ਼ਾਹ ਸੀਗਾ। ਨਾਦਰ ਸ਼ਾਹ ਤੋਂ ਬਾਅਦ ਆ ਗਿਆ ਜੀ ਅਬਦਾਲੀ। ਉਸ ਤੋਂ ਬਾਅਦ ਕੀ ਹੋਇਆ ਜੀ? ਇਹਦਾ ਜਿਹੜਾ ਗ੍ਰੈਂਡਸਨ ਸੀਗਾ ਜੀ ਉਹ ਸੀਗਾ ਸ਼ਾਹ ਜ਼ਮਨ, ਮਤਲਬ ਇਹਦੀ ਹੀ ਉਹਦੇ ਵਿੱਚ ਚੱਲ ਰਿਹਾ, ਜਨਰੇਸ਼ਨ ਦੇ ਵਿੱਚ ਚੱਲ ਰਿਹਾ। ਹੁਣ ਸ਼ਾਹ ਜ਼ਮਨ ਦਾ ਬ੍ਰਦਰ ਸੀਗਾ ਜੀ ਸ਼ਾਹ ਸ਼ੂਜਾ। ਤਾਂ ਦੇਖੋ ਜੀ, ਸ਼ਾਹ ਜੋ ਸ਼ੂਜਾ ਸੀਗਾ ਉਹਨੂੰ ਕੀ ਕਰ ਲਿਆ ਗਿਆ ਜੀ? ਉਹਨੂੰ ਬੰਦੀ ਬਣਾ ਲਿਆ ਗਿਆ। ਤਾਂ ਉਹਦੀ ਜਿਹੜੀ ਵਾਈਫ ਸੀਗਾ, ਜਿਹਦਾ ਨਾਮ ਸੀਗਾ ਜੀ, ਉਹਦੀ ਜਿਹੜੀ ਬੇਗਮ ਸੀਗੀ, ਉਹਨੇ ਕੀ ਕੀਤਾ ਜੀ? ਮਹਾਰਾਜਾ ਰਣਜੀਤ ਸਿੰਘ ਤੋਂ ਹੈਲਪ ਮੰਗੀ। ਉਹਨੇ ਕਿਹਾ ਕਿ ਤੁਸੀਂ ਸ਼ਾਹ ਸ਼ੂਜਾ ਨੂੰ ਜਿਹੜਾ ਛੁਡਵਾ ਲਓ ਔਰ ਬਦਲੇ ਦੇ ਵਿੱਚ ਮੈਂ ਕੀ ਦੇਵਾਂਗੀ ਤੁਹਾਨੂੰ? ਕੋਹੀਨੂਰ ਡਾਇਮੰਡ ਦੇਵਾਂਗੀ। ਤਾਂ ਮਹਾਰਾਜਾ ਰਣਜੀਤ ਸਿੰਘ ਨੇ ਸ਼ਾਹ ਸ਼ੂਜਾ ਨੂੰ ਛੁਡਵਾਇਆ ਔਰ ਉਹਦੇ ਬਦਲੇ ਦੇ ਵਿੱਚ ਕੀ ਮਿਲਿਆ ਜੀ? ਮਹਾਰਾਜਾ ਰਣਜੀਤ ਸਿੰਘ ਨੂੰ ਕੋਹੀਨੂਰ ਡਾਇਮੰਡ ਮਿਲਿਆ। ਤੇ ਮਹਾਰਾਜਾ ਰਣਜੀਤ ਸਿੰਘ ਤੋਂ ਉਹਨਾਂ ਦੇ ਯੰਗੈਸਟ ਸਨ ਕੋਲੇ ਪਹੁੰਚ ਗਈ ਜੀ ਦਲੀਪ ਸਿੰਘ, ਕਿਉਂਕਿ ਦਲੀਪ ਸਿੰਘ ਲਾਸਟ ਜਿਹੜੇ ਸਿੱਖ ਰੂਲਰ ਸੀਗੇ ਜੀ। ਤਾਂ ਉਸ ਤੋਂ ਅੱਗੇ ਕਿਹਦੇ ਕੋਲ ਪਹੁੰਚ ਗਈ ਜੀ? ਜਦੋਂ 1849 ਦੇ ਵਿੱਚ ਪੰਜਾਬ ਨੂੰ ਈਸਟ ਇੰਡੀਆ ਕੰਪਨੀ ਦੇ ਵਿੱਚ ਜਾਂ ਬ੍ਰਿਟਿਸ਼ ਐਮਪਾਇਰ ਦੇ ਵਿੱਚ ਮਰਜ ਕਰ ਲਿਆ ਗਿਆ ਸੀਗਾ। ਤਾਂ ਜਿਹੜਾ ਕੋਹੀਨੂਰ ਡਾਇਮੰਡ ਸੀਗਾ ਉਹ ਮਹਾਰਾਜਾ ਦਲੀਪ ਸਿੰਘ ਤੋਂ ਲੈ ਕੇ ਬ੍ਰਿਟਿਸ਼ਰਸ ਦੇ ਕੋਲ ਆ ਗਿਆ ਸੀਗਾ। ਤਾਂ ਠੀਕ ਹੈ ਜੀ, ਤਾਂ ਇਹ ਸੀਗੇ ਜੀ ਕੁਝ ਇੰਪੋਰਟੈਂਟ ਚੀਜ਼ਾਂ, ਆਪਣੇ ਇੰਪੋਰਟੈਂਟ ਫੈਕਟਸ ਨੇ ਪੰਜਾਬ ਜੀਕੇ ਦੇ। ਤਾਂ ਪਲੀਜ਼ ਰਿਵਾਈਜ਼ ਕਰੋ ਇਹਨਾਂ ਨੂੰ, ਜਿੰਨਾ ਜ਼ਿਆਦਾ ਤੁਸੀਂ ਰਿਵਾਈਜ਼ ਕਰੋਗੇ ਉਹਨਾਂ ਚੀਜ਼ਾਂ ਤੁਹਾਡੇ ਪੱਕੀਆਂ ਹੋਣਗੀਆਂ। ਤਾਂ ਠੀਕ ਹੈ ਜੀ, ਮਿਲਾਂਗੇ ਜੀ ਫਿਰ ਨੈਕਸਟ ਸੈਸ਼ਨ ਦੇ ਵਿੱਚ। ਥੈਂਕ ਯੂ।